ਸ਼ਲੋਕ 12 ਤੇ ਵਧੀਕ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਹੁਣ ਤੱਕ ਅਸੀਂ 28 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਇਸ ਲੜੀ ਦੇ ਅੰਦਰ ਕੁੱਲ 33 ਸ਼ਲੋਕ ਹਨ। ਕੋਸ਼ਿਸ਼ ਕਰਾਂਗੇ ਕਿ ਅੱਜ ਉਹਨਾਂ ਦੀ ਸੰਪੂਰਨਤਾ ਹੋ ਜਾਵੇ। ਸ਼ਲੋਕ ਨੰਬਰ 29 ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਆਓ ਪਹਿਲਾਂ 29 ਨੰਬਰ ਸ਼ਲੋਕ ਦਾ ਪਾਠ ਕਰ ਲੈਂਦੇ ਹਾਂ। ਇਹ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਜਿਹੜਾ ਸ਼ਲੋਕ ਨੰਬਰ 28 ਸੀਗਾ ਉਹ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸੀਗਾ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕ ਨੰਬਰ 27 ਦੇ ਰੈਫਰੈਂਸ ਦੇ ਵਿੱਚ ਹੀ ਉਹਨਾਂ ਨੇ ਉਚਾਰਨ ਕੀਤਾ ਸੀਗਾ। ਸ਼ਲੋਕ ਨੰਬਰ 27 ਕੇਵਲ ਇੱਕ ਪੰਕਤੀ ਦਾ ਸ਼ਲੋਕ ਸੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਲਾਹੌਰ ਸ਼ਹਿਰ ਦੇ ਅੰਦਰ ਜੋ ਬੇਦਰਦੀ ਨਿਰਦੈਤਾ ਦਾ ਜੋ ਮਾਹੌਲ ਸੀਗਾ ਉਹਦਾ ਰੈਫਰੈਂਸ ਦਿੱਤਾ ਸੀਗਾ ਇੱਕੋ ਹੀ ਪੰਕਤੀ ਦੇ ਅੰਦਰ। ਤੇ ਉਹਦੇ ਕੰਟੈਕਸਟ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਜੋ ਫਿਰ ਉਸਦੀ ਹਾਲਾਤ ਉਹਦੇ ਬਦਲ ਗਏ, ਸਿਚੁਏਸ਼ਨ ਬਦਲ ਗਈ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦਾ ਸਦਕਾ ਉੱਥੇ ਸੰਗਤਾਂ ਕਾਇਮ ਹੋਈਆਂ, ਸਤਸੰਗ ਹੋਣਾ ਸ਼ੁਰੂ ਹੋ ਗਿਆ। ਤਾਂ ਕੋਈ ਲਾਹੌਰ ਸ਼ਹਿਰ ਜਿਹੜਾ ਸਵਾ ਪਹਿਰ ਤੱਕ ਜਿੱਥੇ ਕਹਿਰ ਵਰਤਦਾ ਸੀ ਉੱਥੇ ਹੁਣ ਸਿਫਤ ਸਲਾਹ ਦੀ ਸੰਗਤ ਜੁੜਨ ਲੱਗ ਗਈ, ਪਰਮਾਤਮਾ ਦੀ ਵਡਿਆਈ ਹੋਣ ਲੱਗ ਪਈ। ਤਾਂ ਉਹੀ ਸ਼ਹਿਰ ਜਿਹੜਾ ਹੈ ਉਹ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਤੋਂ 28 ਨੰਬਰ ਸ਼ਲੋਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕੋ ਪੰਕਤੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਹ 29 ਨੰਬਰ ਫਿਰ ਸ਼ਲੋਕ ਅੱਗੋਂ ਗੁਰੂ ਨਾਨਕ ਪਾਤਸ਼ਾਹ ਦਾ ਹੀ ਆਇਆ ਹੈ। ਤਾਂ ਇਸ ਕਰਕੇ ਦੇ ਨਾਲ ਸਿਰਲੇਖ ਵੀ ਫਿਰ ਉਚੇਚੇ ਤੌਰ ਤੇ ਗੁਰੂ ਸਾਹਿਬ ਨੇ, ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕਰ ਦਿੱਤਾ। ਮਹਿਲਾ ਪਹਿਲਾ। ਹਾਂਜੀ ਹਾਂਜੀ, ਮਹਿਲਾ ਪਹਿਲਾ ਤੋਂ ਇਹਦਾ ਪਾਠ ਕਰ ਲੈਂਦੇ ਹਾਂ ਜੀ। ਉਦੋਂ ਸਾ ਹੈ ਕਿਆ ਨਿਸ਼ਾਨੀ, ਓਟ ਨਾ ਆਵੈ ਅੰਨੀ, ਉਦੋਂ ਸੀ ਘਰੇ ਹੀ ਉੱਠੀ, ਕੂੜੀ ਰੰਨੀ ਧੰਮੀ, ਸੱਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹੰਮੀ। ਇਸ ਸ਼ਲੋਕ ਦੇ ਵਿੱਚ ਕੁਝ ਥੋੜੇ ਅਨਫੈਮਿਲੀਅਰ ਜਿਹੇ ਲਫ਼ਜ਼ ਵੀ ਇਸਤੇਮਾਲ ਹੋਏ ਹਨ। ਤਾਂ ਉਦੋਂ ਸਾ ਹੈ, ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਵੈਸੇ ਇਹ ਲਫ਼ਜ਼ ਹੁਣ ਕਦੀ ਅਸੀਂ ਸੁਣਿਆ ਨਹੀਂ ਹੈ। ਉਹ ਸ਼ਾਇਦ ਪੁਰਾਣੀ ਪੰਜਾਬੀ ਦੇ ਵਿੱਚ ਪਪੂਲਰ ਯੂਜ਼ ਵਿੱਚ ਹੋਏਗਾ। ਅੱਜ ਕੱਲ੍ਹ ਤਾਂ ਇਸ ਲਫ਼ਜ਼ ਦਾ ਵਰਤੋਂ ਤਕਰੀਬਨ ਨਹੀਂ ਦੇਖਣ ਨੂੰ ਮਿਲਦੀ। ਉਦੋਂ ਸਾਹੇ ਦਾ ਜੋ ਆਖਰੀ ਅਰਥ ਇੱਥੇ ਦਰਪਣ ਵਿੱਚ ਕੀਤਾ ਗਿਆ ਹੈ ਉਹ ਹੈ ਉਤਸ਼ਾਹ। ਤੇ ਇਹਦਾ ਰੂਟ ਇਸ ਤਰੀਕੇ ਨਾਲ ਹੈ ਕਿ ਬਈ ਉਦੋਂ ਜਮਾ ਸਾਹ ਹੈ, ਜਿਵੇਂ ਉੱਚਾ ਸਾਹ ਚੜ ਜਾਣਾ। ਜਦੋਂ ਕੋਈ ਬੰਦਾ ਬੜੇ ਉਤਸ਼ਾਹ ਦੇ ਨਾਲ ਕਾਲੀ ਕਾਲੀ ਵਿੱਚ ਬੜੇ ਜੋਸ਼ ਦੇ ਨਾਲ ਕੋਈ ਕੰਮ ਕਰਦਾ ਹੈ ਤਾਂ ਦੌੜ ਭੱਜ ਕਰਦਾ ਹੈ, ਤਾਂ ਉਸ ਦੌੜ ਭੱਜ ਦੇ ਵਿੱਚ ਉਚੇਚੇ ਤੌਰ ਤੇ ਜ਼ੋਰ ਲਗਾ ਕੇ ਐਕਸਟਰਾ ਐਫਰਟ ਕਰਕੇ ਕੋਈ ਬੰਦਾ ਕੰਮ ਕਰਦਾ ਹੈ ਤਾਂ ਫਿਰ ਉਹਨੂੰ ਸਾਹ ਵੀ ਚੜ ਜਾਂਦਾ ਹੈ। ਤਾਂ ਚੜੇ ਹੋਏ ਸਾਹ ਦੀ ਇਹ ਨਿਸ਼ਾਨੀ ਜਿਹੜੀ ਹੈ ਉਹਦੇ ਤੋਂ ਉਦੋਂ ਸਾਹ ਬਣਿਆ। तो शायद उसे तो ही बिगड़ के वो लफज उत्साह बनया। तो उत्साह का भाव भी यही है कि कोई बंदा अगर ज्यादा उचेचा एफर्ट करे तो उसका जो रूट है उदो सा है उच्चे साह दे नाल, भाव ज्यादा ध्यान दे के एक्स्ट्रा एफर्ट करके। तो उदो सा है क्या निशानी, तो उस उत्साह की की निशानी है। कोई बंदा अगर जो अपनी जिंदगी के विच ਜਿਹੜਾ ਕੰਮ ਕਰਦਾ ਹੈ ਉਹ ਪੂਰੇ ਉਤਸ਼ਾਹ ਦੇ ਨਾਲ ਕਰੇ, ਜ਼ੋਰ ਲਗਾ ਕੇ ਕਰੇ, ਐਕਸਟਰਾ ਧਿਆਨ ਦੇ ਕੇ ਕਰੇ ਤਾਂ ਉਸ ਦੀ ਨਿਸ਼ਾਨੀ ਕੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਟੋਟ ਨਾ ਆਵੇ ਅੰਨੀ। ਅੰਨੀ ਅੰਨ ਤੋਂ ਹੀ ਇਹ ਲਫ਼ਜ਼ ਅੰਨੀ ਬਣਿਆ ਹੈ ਕਿ ਅੰਨ ਦੀ ਭਾਵ ਕੀ ਹੈ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਕਾਰ ਵਿਹਾਰ, ਜ਼ਿੰਦਗੀ ਦਾ ਜਿਹੜਾ ਜ਼ਿੰਮੇਵਾਰੀਆਂ ਨੇ ਉਹ ਪੂਰੇ ਉਤਸ਼ਾਹ ਦੇ ਨਾਲ पूरा ध्यान दे के एक्सट्रा जोर लगा के उचेचे ध्यान दे के करता है तो ਉਹਦੇ ਘਰ ਦੇ ਵਿੱਚ ਅੰਨ ਦੀ ਤੋਟ ਨਹੀਂ ਆਉਂਦੀ। ਭਾਵ ਕੀ ਹੈ ਕਿ ਜਿਹੜਾ ਬੰਦਾ ਪੂਰੇ ਧਿਆਨ ਨਾਲ ਮਿਹਨਤ ਨਾਲ ਕੰਮ ਕਰੇਗਾ
ਉਹ ਸੁਚੱਜੇ ਢੰਗ ਨਾਲ ਕੰਮ ਕਰੇਗਾ ਤੇ ਉਹਨੂੰ ਕਮਾਈ ਵੀ ਚੰਗੀ ਹੋਏਗੀ ਤੇ ਉਹਦੇ ਘਰ ਫਿਰ ਅੰਨ ਧਨ ਦੀ ਤੋਟ ਨਹੀਂ ਆਏਗੀ। ਭਾਵ ਉਹਨੂੰ ਕਦੀ ਕਿਸੇ ਅੱਗੇ ਹੱਥ ਨਹੀਂ ਅਡਣਾ ਪਏਗਾ, ਉਹਨੂੰ ਕੋਈ ਮਜਬੂਰੀ ਨਹੀਂ ਹੋਏਗੀ। ਤੋ ਚੱਜ ਨਾਲ, ਤਰੀਕੇ ਨਾਲ, ਉਤਸ਼ਾਹ ਨਾਲ ਕੀਤਾ ਹੋਇਆ ਕੰਮ ਜ਼ਿਆਦਾ ਰਿਜ਼ਕ ਦੇ ਦਾ ਸੋਰਸ ਬਣ ਜਾਂਦਾ ਹੈ ਤੇ ਉਸ ਬੰਦੇ ਨੂੰ ਫਿਰ ਅੰਨ ਧਨ ਦੀ ਕਮੀ ਨਹੀਂ ਰਹਿੰਦੀ। ਹੁਣ ਅਗਲੀ ਪੰਕਤੀ ਜਿਹੜੀ ਹੈ ਉਹਦੇ ਅਰਥਾਂ ਦੇ ਬਾਰੇ ਥੋੜੀ ਜਿਹੀ ਦੁਬਿਧਾ ਵਾਲੀ ਸਿਚੁਏਸ਼ਨ ਹੈ। ਇੱਥੇ ਲਫ਼ਜ਼ ਹੈ ਉਦੋਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ। ਉਦੋਸੀ, ਜਿਵੇਂ ਆਪ ਜੀ ਨੇ ਪਿਛਲੀ ਕਲਾਸ ਵਿੱਚ ਵੀ ਸੁਣਿਆ ਹੈ ਕਿ ਜਦੋਂ ਕਿਸੇ ਅੱਖਰ ਦੇ ਵਰਡ ਦੇ ਅਖੀਰ ਦੇ ਉੱਤੇ ਐੜਾ ਮੁਕਤਾ ਆ ਜਾਵੇ ਤਾਂ ਉਸ ਤੋਂ ਪਹਿਲੇ ਅੱਖਰ ਦੀ ਜਿਹੜੀ ਮਾਤਰਾ ਹੈ ਉਹ ਲੰਬੀ ਹੋ ਜਾਂਦੀ ਹੈ। तो उदोसी तो बाद अगे ऐड़ा लग्या तो ਇਹਦਾ उच्चारण हो जाएगा उदोसी। ਹੁਣ ਇਹ ਉਦੋਸੀ ਲਫ਼ਜ਼ ਵੀ ਸਾਡੀ ਅੱਜਕੱਲ ਦੀ ਬੋਲੀ ਵਿੱਚ ਤਾਂ ਕੋਈ ਹੈ ਨਹੀਂ ਹੈ। ਉਦਾਸੀ ਹੈ ਤੇ ਜਾਂ ਉਦੇਸ਼ ਲਫ਼ਜ਼ ਹੈ, ਪਰ ਇੱਥੇ ਲਫ਼ਜ਼ ਆਇਆ ਉਦੋਸੀ ਔਰ ਇਹਦੇ ਅਰਥ ਵੀ ਵੱਖੋ ਵੱਖਰੇ ਪੜਨ ਨੂੰ ਮਿਲਦੇ ਨੇ। ਦਰਪਣ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਅਰਥ ਕੀਤੇ ਨੇ ਉਦੋਸੀ ਦੇ, ਉਹ ਉਹਨਾਂ ਨੇ ਉਦਾਸੀ ਵਾਲੇ ਅਰਥ ਕੀਤੇ ਨੇ, ਉਪਰਾਮਤਾ ਵਾਲੇ ਅਰਥ ਕੀਤੇ ਨੇ। ਪਰ ਪ੍ਰੋਫੈਸਰ ਹਰਬੰਸ ਸਿੰਘ ਨੇ ਕਿਹਾ ਜੀ ਨਹੀਂ ਇਹ ਠੀਕ ਨਹੀਂ ਹੈ, ਉਹਨਾਂ ਦਾ ਮਤਭੇਦ ਹੈ ਇਹਦੇ ਨਾਲ। ਉਹਨਾਂ ਨੇ ਇਹਨੂੰ ਜੋੜ ਕੇ ਫਿਰ ਉਦੋਸਾਹੇ ਦੇ ਨਾਲ ਹੀ ਜੋੜ ਦਿੱਤਾ ਹੈ। ਉਦੋਸੀ ਨੂੰ ਵੀ ਉਦੋਸਾਹੀ ਕਰਕੇ ਹੀ ਅਰਥ ਕਰ ਦਿੱਤੇ ਹਨ। ਹੁਣ ਐੜੇ ਨੂੰ ਬਦਲ ਕੇ ਉਹਨਾਂ ਨੇ ਹਾਹਾ ਲਗਾ ਦਿੱਤਾ ਹੈ, ਸੱਸੇ ਦੀ ਬਿਹਾਰੀ ਨੂੰ ਛੱਡ ਕੇ ਕੰਨਾ ਲਗਾ ਦਿੱਤਾ ਹੈ, ਉਦੋਸਾਹੀ ਕਰ ਦਿੱਤਾ ਹੈ। ਤੇ ਉਹ ਵੀ ਕਰਨ ਦੀ ਕੋਈ ਵਜ੍ਹਾ ਬਹੁਤੀ ਸਮਝ ਚ ਆਉਂਦੀ ਨਹੀਂ ਹੈ। ਜੇ ਉਦਾਸੀ ਕਰਨਾ ਹੋਵੇ ਤਾਂ ਵੀ ਗੱਦੇ ਦਾ ਹੋੜਾ ਜਿਹੜਾ ਹੈ ਉਹਨੂੰ ਕੰਨੇ 'ਚ ਕਨਵਰਟ ਕਰਨਾ ਪੈਂਦਾ, ਉਦਾਸੀ ਤਾਂ ਹੀ ਬਣੇਗਾ। तो इस करके ਇਹਦੇ ਬਾਰੇ ਜੋ ਹੈ ਕੋਈ ਸਪਸ਼ਟਤਾ ਬਹੁਤੀ ਹੈ ਨਹੀਂ ਹੈ। तो ਅਸੀਂ ਜੋ ਦਰਪਣ 'ਚ ਅਰਥ ਕੀਤੇ ਹਨ ਉਹਦੇ ਨਾਲ ਹੀ ਸਟਿਕ ਕਰਾਂਗੇ। तो ਉਹਨਾਂ ਨੇ ਜੋ ਅਰਥ ਕੀਤੇ ਹਨ ਕਿ ਉਦੋਸੀ ਘਰੇ ਹੀ ਉੱਠੀ ਕੂੜੇ ਰੰਨੀ ਤੰਮੀ। ਇਹ ਉਦਾਸੀ ਜਾਂ ਉਪਰਾਮਤਾ, ਔਰ ਇਹ ਉਪਰਾਮਤਾ ਉਹਨਾਂ ਨੇ ਫਿਰ ਜੋੜਿਆ ਹੈ ਪਰਮਾਤਮਾ ਦੀ ਭਗਤੀ ਵੱਲੋਂ, ਪਰਮਾਤਮਾ ਦੇ ਨਾਮ ਵੱਲੋਂ। ਕਿ ਜਿਹੜਾ ਬੰਦਾ ਬਹੁਤਾ ਧਿਆਨ ਆਪਣਾ ਮਾਇਆ ਦੇ ਕੰਮਾਂ ਦੇ ਵਿੱਚ ਹੀ ਲਗਾਏਗਾ, ਉਦੋਸਾ ਹੈ ਕਿਆ ਨਿਸ਼ਾਨੀ, ਜਿਹੜੀ ਉੱਪਰ ਗੱਲ ਆਈ ਹੈ ਕਿ ਜਿਹੜਾ ਬੰਦਾ ਮਾਇਕ ਪਦਾਰਥਾਂ ਦੀ ਕਮਾਈ ਕਰਨ ਵਾਸਤੇ ਜ਼ਿਆਦਾ ਜ਼ੋਰ ਲਗਾਏਗਾ ਤਾਂ ਇਹ ਕੁਦਰਤੀ ਗੱਲ ਹੈ ਕਿ ਉਹਦਾ ਕੁਝ ਧਿਆਨ ਜਿਹੜਾ ਹੈ ਉਹ ਹੋਰ ਦੂਜੇ ਇੰਪੋਰਟੈਂਟ ਕੰਮਾਂ ਵੱਲੋਂ ਹਟ ਜਾਏਗਾ। ਤੇ ਆਮ ਤੌਰ ਤੇ ਦੁਨੀਆਦਾਰਾਂ ਦੇ ਨਾਲ ਹੁੰਦਾ ਕੀ ਹੈ ਕਿ ਉਹਨਾਂ ਦਾ ਸਭ ਤੋਂ ਪਹਿਲਾਂ ਧਿਆਨ ਜਿਹੜਾ ਘਟਦਾ ਹੈ, ਹਟਦਾ ਹੈ, ਉਹ ਹੁੰਦਾ ਹੈ ਪ੍ਰਮਾਤਮਾ ਦੀ ਯਾਦ ਵੱਲੋਂ। ਤਾਂ ਪ੍ਰਭੂ ਦੇ ਨਾਮ ਵੱਲੋਂ ਬੰਦੇ ਜਿਹੜੇ ਹਨ ਉਹ ਲਾਪਰਵਾਹ ਹੋ ਜਾਂਦੇ ਹਨ। ਤਾਂ ਉਸ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੇ ਉਦੋਸੀ ਜਿਹੜੀ ਲਫ਼ਜ਼ ਹੈ ਉਹਨੂੰ ਹਰੀ ਦੇ ਨਾਮ ਵੱਲੋਂ ਉਪਰਾਮਤਾ ਜਾਂ ਲਾਪਰਵਾਹੀ ਦੇ ਸੈਂਸ ਦੇ ਵਿੱਚ ਇਹਨੂੰ ਲਿਖਿਆ ਹੈ। ਤਾਂ ਉਦੋਸੀ ਦਾ ਅਰਥ ਉਹਨਾਂ ਨੇ ਕੀਤਾ ਹੈ ਉਦਾਸੀ ਉਪਰਾਮਤਾ ਹਰੀ ਦੇ ਨਾਮ ਵੱਲੋਂ ਲਾਪਰਵਾਹੀ। ਸੋ ਜਿਹੜਾ ਬੰਦਾ ਜ਼ਿਆਦਾ ਜ਼ੋਰ ਲਗਾ ਕੇ ਐਕਸਟਰਾ ਐਫਰਟ ਕਰਕੇ ਆਪਣੇ ਗ੍ਰਸਥ ਦੇ ਦੁਨੀਆਦਾਰੀ ਦੇ ਕੰਮ ਕਰਦਾ ਹੈ, ਉਹ ਪਰਮਾਤਮਾ ਦੇ ਨਾਮ ਵੱਲੋਂ ਲਾਪਰਵਾਹ ਹੋ ਜਾਂਦਾ ਹੈ। ਤਾਂ ਉਹਦੇ ਘਰ ਵਿੱਚ ਘਰੇ ਹੀ ਉੱਠੀ, ਉਹਦੇ ਘਰ ਇਸ ਮਾਇਆ ਦੀ ਖਾਤਰ ਜਿਹੜੀ ਦੌੜ ਭੱਜ ਹੈ ਉਹਦੇ ਕਾਰਨ ਉਹਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਦੇ ਨਾਮ ਵੱਲੋਂ ਲਾਪਰਵਾਹੀ ਜਿਹੜੀ ਹੈ ਉਹ ਆ ਜਾਂਦੀ ਹੈ ਉਹਦੇ ਘਰ ਵਿੱਚ। ਪਰ ਉਹਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਜਿਹੜਾ ਹੈ ਉਹ ਨਹੀਂ ਨਜ਼ਰ ਆਉਂਦਾ, ਉਹਦੇ ਵੱਲੋਂ ਉਪਰਾਮਤਾ ਲਾਪਰਵਾਹੀ ਹੀ ਨਜ਼ਰ ਆਉਂਦੀ ਹੈ। ਤੇ ਅਗਲਾ ਜਿਹੜਾ ਸੈਕੰਡ ਪਾਰਟ ਹੈ ਕੂੜੀ ਰੰਨੀ ਧੰਮੀ, ਇਹਦੇ ਅਰਥ ਉਹਨਾਂ ਨੇ ਰੰਨੀ ਧੰਮੀ ਜੋ ਰੰਨੀ ਦੇ ਅਰਥ ਕੀਤੇ ਹਨ ਜਿਹੜੀ ਇੰਦਰੀਆਂ ਹਨ, ਇਨਸਾਨ ਦੀਆਂ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਹਨ, ਉਹ ਉਹਨਾਂ ਦੇ ਸੂਚਕ ਵਜੋਂ ਰੰਨੀ ਲਫ਼ਜ਼ ਜਿਹੜਾ ਹੈ ਉਹਦੇ ਅਰਥ ਕੀਤੇ ਹਨ। ਤੋ ਇਹ ਜਿਹੜੀਆਂ ਕੂੜੇ ਰੰਨੀ ਹਨ, ਕੂੜ ਦੇ ਵਿੱਚ ਫਸੀਆਂ ਹੋਈਆਂ ਰੰਨਾਂ ਭਾਵ ਮਾਇਆ ਦੇ ਮੋਹ ਦੇ ਵਿੱਚ ਫਸੀਆਂ ਹੋਈਆਂ ਇੰਦਰੀਆਂ। ਸੋ ਆਬਵੀਅਸਲੀ ਜਦੋਂ ਕੋਈ ਬੰਦਾ ਪੂਰਾ ਜ਼ੋਰ ਲਗਾ ਕੇ, ਪੂਰਾ ਧਿਆਨ ਲਗਾ ਕੇ ਦੁਨੀਆਦਾਰੀ ਦੇ ਕੰਮ ਕਰੇਗਾ, ਵਣਜ ਵਪਾਰ ਕਰੇਗਾ, ਨੌਕਰੀ ਕਰੇਗਾ, ਹੋਰ
ਮਾਇਆ ਕਮਾਨ ਦੇ ਆਹਰ ਕਰੇਗਾ ਤਾਂ ਉਹਦੇ ਸਾਰੇ ਜਿਹੜੇ ਗਿਆਨ ਇੰਦਰੇ ਹਨ, ਜੋ ਉਹਦੇ ਸਰੀਰਕ ਇੰਦਰੇ ਹਨ, ਉਹ ਸਾਰਿਆਂ ਦਾ ਫੋਕਸ ਜਿਹੜਾ ਹੈ ਉਹ ਮਾਇਆ ਦੇ ਉੱਤੇ ਹੀ ਹੋਏਗਾ। तो ਹੁਣ ਉਹ ਉਦੋਂ ਸਾਹੇ ਵਾਲੀ ਅਵਸਥਾ ਵਿੱਚ ਹੈ, ਐਕਸਟਰਾ ਆਰਡੀਨਰੀ ਐਫਰਟ ਦੀ ਅਵਸਥਾ ਵਿੱਚ ਹੈ, ਉਤਸ਼ਾਹ ਦੇ ਵਿੱਚ ਹੈ। ਤਾਂ ਸਰੀਰ ਦੇ ਸਾਰੀਆਂ ਇੰਦਰੀਆਂ ਵੀ, ਸਾਰੇ ਅੰਗ ਜਿਹੜੇ ਹਨ ਉਹ ਵੀ ਉਸ ਮਾਇਆ ਕਮਾਨ ਦੇ ਆਹਰ ਦੇ ਵਿੱਚ ਹੀ ਖਚਤ ਹੋਏ ਹਨ। ਉਸ ਅਵਸਥਾ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੈ ਕੂੜੇ ਰੰਨੀ ਧੰਮੀ, ਕਿ ਇਹ ਕੂੜ ਵਿੱਚ ਫਸੀਆਂ ਹੋਈਆਂ ਮਾਇਆ ਦੇ ਕਮਾਈ ਦੇ ਆਹਰ ਦੇ ਵਿੱਚ ਰੁਝੀਆਂ ਹੋਈਆਂ ਹੀ ਇੰਦਰੀਆਂ ਜਿਹੜੀਆਂ ਹਨ, ਉਹ ਉਹਨਾਂ ਦਾ ਤਮੱਛੜ ਪਿਆ ਹੋਇਆ ਹੈ। ਧੰਮੀ ਦਾ ਅਰਥ ਹੈ ਤਮੱਛੜ ਪਿਆ ਹੋਇਆ ਜਾਂ ਰੌਲਾ ਪਿਆ ਹੋਇਆ। ਸਾਰੀਆਂ ਸਰੀਰਕ ਇੰਦਰੀਆਂ ਜਿਹੜੀਆਂ ਨੇ ਉਹ ਵੀ ਮਾਇਆ ਕਮਾਨ ਦੇ ਆਹਰ ਦੇ ਵਿੱਚ ਹੀ ਖਚਤ ਹਨ। ਹੋਰ ਕਿਸੇ ਪਾਸੇ ਉਹਨਾਂ ਦਾ ਵੀ ਧਿਆਨ ਨਹੀਂ ਜਾਂਦਾ। ਕੰਨਾਂ ਨੂੰ ਹੋਰ ਮਾਇਆ ਦੇ ਗੱਲਾਂ ਤੋਂ ਸਿਵਾਏ ਕੁਝ ਸੁਣਾਈ ਨਹੀਂ ਦਿੰਦਾ। ਅੱਖਾਂ ਨੂੰ ਮਾਇਕ ਪਦਾਰਥਾਂ ਤੋਂ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ। ਹੋਰ ਵੀ ਜਿਹੜੇ ਵੀ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਉਹ ਸਾਰਿਆਂ ਦਾ ਫੋਕਸ ਜਿਹੜਾ ਹੈ ਉਹ ਮਾਇਕ ਪਦਾਰਥਾਂ ਦੇ ਵਿੱਚ ਹੀ ਹੈ। ਤਾਂ ਉਦੋਸੀ ਘਰੇ ਹੀ ਉੱਠੀ, ਪਰਮਾਤਮਾ ਦੇ ਨਾਮ ਦੇ ਵੱਲੋਂ ਉਪਰਾਮਤਾ ਉਹਦੇ ਹਿਰਦੇ 'ਚ ਨਜ਼ਰ ਆਉਂਦੀ ਹੈ। ਤੇ ਇੰਦਰੀਆਂ ਜਿਹੜੀਆਂ ਨੇ ਉਹ ਵੀ ਸਾਰੀਆਂ ਮਾਇਕ ਕੰਮਾਂ ਦੇ, ਮਾਇਆ ਦੇ ਆਹਾਰ ਦੇ ਵਿੱਚ ਹੀ ਰੁਝੀਆਂ ਹੋਈਆਂ ਹਨ। ਉਸੇ ਕੰਮ ਦੇ ਵਿੱਚ ਹੀ ਉਹਨਾਂ ਦੀ ਦੌੜ ਭੱਜ ਜਿਹੜੀ ਹੈ, ਰੌਲਾ, ਉਹ ਸਾਰਾ ਨਜ਼ਰ ਆਉਂਦਾ ਹੈ। ਅਗਲੀ ਪੰਕਤੀ ਹੈ ਜੀ, ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ। ਇਹਦਾ ਵੀ ਅਰਥ ਸੇਮ ਹੀ ਸੈਂਸ ਵਿੱਚ ਉਹਨਾਂ ਨੇ ਕੀਤਾ ਹੈ। ਸੱਤੀ ਰੰਨੀ ਭਾਵ 7 ਰੰਨਾਂ, 7 ਇੰਦਰੀਆਂ। ਇਹ 7 ਇੰਦਰੀਆਂ ਦੀ ਵਿਆਖਿਆ ਉਹਨਾਂ ਨੇ ਕੀਤੀ ਹੈ, ਜਿਹੜੀ ਹੁਣ ਅਰਥ ਕਰਨ ਵਾਲੇ ਦੀ ਆਪਣੀ ਇਮੇਜਿਨੇਸ਼ਨ ਹੈ। ਗੁਰਬਾਣੀ ਦੇ ਅੰਦਰ ਇਹ 7 ਇੰਦਰੀਆਂ ਦਾ ਜ਼ਿਕਰ ਕਿਤੇ ਸਪੈਸੀਫਿਕ ਤੌਰ ਦੇ ਉੱਤੇ, ਉਚੇਚੇ ਤੌਰ ਦੇ ਉੱਤੇ ਕੋਈ ਡਿਸਕ੍ਰਿਪਸ਼ਨ ਆਈ ਨਹੀਂ ਹੈ। तो ये 7 ਜਿਹੜੀਆਂ ਇੰਦਰੀਆਂ ਦੀ ਵਿਆਖਿਆ ਦਰਪਣ ਜੋ ਉਹਨਾਂ ਨੇ ਕੀਤੀ ਹੈ ਉਹ ਹਨ ਜੀ 2 ਅੱਖਾਂ, 2 ਕੰਨ, 1 ਨੱਕ, 1 ਮੂੰਹ ਤੇ 1 ਕਾਮ ਇੰਦਰੀ। ਇਹ 7 ਇੰਦਰੀਆਂ ਜਿਹੜੀਆਂ ਹਨ, ਜਿਹੜੀਆਂ ਸਰੀਰ ਦੀਆਂ ਐਕਟਿਵ ਇੰਦਰੀਆਂ ਹਨ, ਜਿਨ੍ਹਾਂ ਦਾ ਸਾਰਾ ਫੋਕਸ ਮਾਇਆ ਦੇ ਵਾਲੇ ਪਾਸੇ ਹੈ। तो उन्होंने कहा सत्ती रन्नी घरे सियापा रोवन कूड़ी कम्मी। ये 7 ही इंद्रियां दा इस शरीर रूपी घर दे अंदर कूड़ी कम्मी भाव माया दे कम्मां दे विच ही ये रोना ते सियापा पिया होया है। भाव इन्हां नूं होर किसी चीज नाल लगाव नहीं है, सिर्फ माया इकट्ठी करन दा ही आहर है। तो आम तौर ते जिहड़ा बंदा कोई किसी एक काम दे विच ही ਰੁੱਝਾ ਹੋਵੇ ਤੇ ਬਾਕੀ ਸਾਰੇ ਕੰਮਾਂ ਨੂੰ ਇਗਨੋਰ ਕਰਦਾ ਹੋਵੇ ਤਾਂ ਉਹਦੇ ਉਸ ਸੈਂਸ ਵਿੱਚ ਉਸ ਜ਼ਿਆਦਾ ਉਲਝੇ ਹੋਏ ਕੰਮ ਦੇ ਵਾਸਤੇ ਆਮ ਤੌਰ ਤੇ ਸਾਡੀ ਆਮ ਬੋਲਚਾਲ ਵਿੱਚ ਵੀ ਲਫ਼ਜ਼ ਆਇਆ ਹੁੰਦਾ ਹੈ ਵੀ ਇਸ ਗੱਲ ਦਾ ਹੀ ਸਿਆਪਾ ਪਿਆ ਹੋਇਆ ਹੈ। ਯਾਨੀ ਕਿ ਟੋਟਲ ਫੋਕਸ ਜਿਹੜਾ 100% ਫੋਕਸ ਇੱਕੋ ਹੀ ਐਕਟੀਵਿਟੀ ਵਾਲੇ ਪਾਸੇ ਹੈ ਤੇ ਬਾਕੀ ਸਾਰੇ ਕੰਮ ਇਗਨੋਰ ਹੋ ਰਹੇ ਹਨ। ਆਮ ਤੌਰ ਤੇ ਸਿਆਪਾ ਲਫ਼ਜ਼ ਜਿਹੜਾ ਹੈ ਮੌਤ ਦੇ ਇਵੈਂਟ ਤੋਂ ਬਾਅਦ ਜਿਹੜੇ ਲੋਕ ਅਫਸੋਸ ਕਰਨ ਵਾਸਤੇ ਇਕੱਠੇ ਹੁੰਦੇ ਹਨ और मरे हुए प्राणी ਨੂੰ याद करके रोंदे कुरलांदे ਹਨ, ਉਹਨੂੰ ਸਿਆਪਾ ਕਰਨਾ ਕਹਿੰਦੇ ਹਨ। ਪਰ ਜਦੋਂ ਫਿਰ ਲੋਕੀ ਸਿਆਪਾ ਕਰਦੇ ਹਨ ਭਾਵ ਮਰੇ ਹੋਏ ਵਿਅਕਤੀ ਦੀ ਯਾਦ ਵਿੱਚ ਜੁੜ ਕੇ ਬੈਠਦੇ ਹਨ ਤਾਂ ਜਿੰਨੇ ਫਿਰ ਨਾਰਮਲ ਕੰਮਕਾਜ ਹੁੰਦੇ ਹਨ ਉਹ ਸਾਰੇ ਇਗਨੋਰ ਹੋ ਜਾਂਦੇ ਹਨ। ਇੱਥੋਂ ਤੱਕ ਕਿ ਘਰ ਦੇ ਵਿੱਚ ਖਾਣਾ ਪੀਣਾ, ਕੋਈ ਅੰਗੀਠੀ ਵੀ ਨਹੀਂ ਜਲਾਉਂਦਾ, ਕੋਈ ਰਸੋਈ ਦਾ ਕੰਮ ਨਹੀਂ ਹੁੰਦਾ, ਬਾਕੀ ਲੋਕਾਂ ਦਾ ਨਹਾਉਣ ਧੋਣ ਵੀ ਭੁੱਲ ਜਾਂਦਾ ਹੈ। ਜਿੰਨੇ ਰੂਟੀਨ ਰੋਜ਼ਗਾਰ ਰੋਜ਼ ਦੇ ਕੰਮ ਹੁੰਦੇ ਹਨ, ਦਿਨਚਰਿਆ ਦੇ ਕੰਮ ਹੁੰਦੇ ਹਨ, ਉਹ ਸਾਰੇ ਇਗਨੋਰ ਹੋ ਜਾਂਦੇ ਹਨ। ਦੁਕਾਨਾਂ ਬੰਦ, नौकरी ते जाने वाले नौकरी ते जाना बंद कर देते हैं। तो सारे सिर्फ सारे काम छड्ड के सिर्फ उस रोन पिटन के काम दे विच ही जुड़े रहंदे हैं ते उहनूं कहंदे ने स्यापा। तो आम बोल चाल दे विच ये स्यापा लफज अलंकार रूप के अंदर या एक मुहावरे के रूप के अंदर इस तरीके भी वरत्या जाता है कि जे बंदा कोई किसी काम विच रुझा होवे, जिहड़ा काम करदियां उहनूं थोड़ी तकलीफ भी हो रही होवे, उहनूं एक्स्ट्रा ध्यान देना पै रिहा होवे ते जिहदे विच उहदा बहुत ज़्यादा ਇੰਜੋਇਮੈਂਟ ਨਾ ਹੋਵੇ, ਔਖੇ ਹੋ ਕੇ ਉਹਨੂੰ ਕੰਮ ਕਰਨਾ ਪੈ ਰਿਹਾ ਹੋਵੇ ਤਾਂ ਉਹ ਕਹਿੰਦਾ ਕਿ ਪਹਿਲੇ ਇਹ ਸਿਆਪਾ ਮੁਕਾ ਲਵਾਂ ਮੈਂ ਫਿਰ ਕੋਈ ਹੋਰ ਗੱਲ ਸੋਚਾਂਗਾ। ਤੇ ਜਦੋਂ ਐਸੀ ਐਕਟੀਵਿਟੀ ਹੋਵੇ ਜਿਹਦੇ ਕਰਕੇ ਬਾਕੀ ਸਾਰੇ ਕੰਮ ਇਗਨੋਰ ਹੋ ਜਾਣ, ਸਿਰਫ ਇੱਕੋ ਹੀ ਕੰਮ ਵਿੱਚ ਸਾਰਾ ਧਿਆਨ ਮੰਗਦਾ ਹੋਵੇ ਤਾਂ ਉਸ ਕੰਮ ਨੂੰ ਦੇ ਬਾਰੇ ਵੀ ਲਫ਼ਜ਼ ਸਿਆਪਾ ਵਰਤਿਆ ਜਾਂਦਾ ਹੈ। ਉਸੇ ਸੈਂਸ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਅਰਥ ਕੀਤੇ ਹਨ, ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ, ਕਿ ਉਹਦੀਆਂ 7 ਹੀ ਇੰਦਰੀਆਂ ਮਾਇਆ ਦੀ ਖਾਤਰ ਹੀ ਇਸ ਦੌੜ ਭੱਜ ਦੇ ਵਿੱਚ ਜੁੜੀਆਂ ਹੋਈਆਂ ਹਨ।
ਰੋਵਨ ਕੂੜੀ ਕੰਮੀ ਤੇ ਰੋਣਾ ਸਿਆਪਾ ਜਿਹੜਾ ਹੈ ਸਿਰਫ ਮਾਇਆ ਕਮਾਉਣ ਦਾ ਹੀ ਉੱਥੇ ਪਿਆ ਹੋਇਆ ਹੈ ਤੇ ਬਾਕੀ ਸਾਰੇ ਕੰਮਾਂ ਵੱਲੋਂ ਉਹਦਾ ਧਿਆਨ ਹਟ ਜਾਂਦਾ ਹੈ। ਉਹਨੂੰ ਨਾ ਕੋਈ ਖਲਕਤ ਨਾਲ ਪਿਆਰ ਹੈ, ਨਾ ਪਰਮਾਤਮਾ ਦੇ ਨਾਮ ਦੀ ਕੋਈ ਸੋਝੀ ਹੈ, ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। ਉਹਨੂੰ ਸਿਰਫ ਇੱਕੋ ਹੀ ਫੋਕਸ ਹੈ ਕਿ ਮੈਂ ਕਿਸ ਤਰੀਕੇ ਵੱਧ ਤੋਂ ਵੱਧ ਮਾਇਆ ਇਕੱਠੀ ਕਰਨੀ ਹੈ। ਤਾਂ ਰੋਵਨ ਕੂੜੀ ਕੰਮੀ ਤੇ ਘਰੇ ਸਿਆਪਾ ਇਹ ਇਸ ਸੈਂਸ ਵਿੱਚ ਇਸਤੇਮਾਲ ਹੋਏ ਹਨ ਕਿ ਬੰਦੇ ਦਾ ਸਾਰਾ ਧਿਆਨ, ਸਾਰੀਆਂ ਇੰਦਰੀਆਂ ਦੀ ਜਿਹੜੀ ਅਟੈਂਸ਼ਨ ਹੈ, ਫੁੱਲ ਅਟੈਂਸ਼ਨ ਉਹਦੀ ਸਿਰਫ ਮਾਇਆ ਕਮਾਉਣ ਦੇ ਵਿੱਚ ਹੈ ਤੇ ਬਾਕੀ ਸਾਰੇ ਕੰਮ ਉਹਨੂੰ ਭੁੱਲੇ ਹੋਏ ਹਨ। ਸ਼ਲੋਕ ਦੀ ਆਖਰੀ ਪੰਕਤੀ ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਸਹਮੀ ਦਾ ਅਰਥ ਹੁੰਦਾ ਹੈ, ਸਹਿਮ ਤੋਂ ਲਫ਼ਜ਼ ਬਣਿਆ ਹੈ, ਸਹਿਮ ਵਿੱਚ ਰਹਿੰਦਾ ਹੈ। ਦਮ ਦਾ ਅਰਥ ਹੈ ਦਮੜਾ, ਯਾਨੀ ਕਿ ਰੁਪਇਆ, ਪੈਸਾ, ਮਾਇਆ। ਉਹ ਕਹਿੰਦੇ ਹਨ ਕਿ ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਤੇ ਜੋ ਕੁਝ ਉਹ ਕਮਾ ਕੇ ਲਿਆਂਦਾ ਹੈ ਉਹ ਅੱਗੋਂ ਫਿਰ ਹੱਥੋਂ ਦੇਣ ਲੱਗਿਆ ਉਹਨੂੰ ਤਕਲੀਫ ਹੁੰਦੀ ਹੈ, ਖਰਚ ਕਰਨ ਲੱਗਿਆ ਉਹ ਸਰਫਾ ਕਰਦਾ ਹੈ, ਖਰਚਦਾ ਨਹੀਂ। ਜੋ ਲੇਵੈ, ਕਮਾਈ ਕਰਨ ਵਾਲੇ ਪਾਸੇ ਤਾਂ ਉਹ ਬਹੁਤ ਜ਼ਿਆਦਾ ਜ਼ੋਰ ਹੈ, ਉਹਦਾ ਪੂਰਾ ਧਿਆਨ ਹੈ, ਪੂਰੇ ਐਫਰਟ ਕਰਦਾ ਹੈ। ਜਿਵੇਂ ਕਿ ਸ਼ੁਰੂ ਤੋਂ ਹੀ ਗੱਲ ਚੱਲ ਰਹੀ ਹੈ, ਉਦੋਂ ਸਾ ਹੈ ਕਿਆ ਨਿਸ਼ਾਨੀ, ਟੋਟ ਨਾ ਆਵੇ ਅੰਨੀ। ਤੋ ਜੋ ਲੇਵੈ ਸੋ ਦੇਵੇ ਨਹੀਂ, ਪਰ ਖਰਚਣ ਲੱਗਿਆ ਜਿਹੜਾ ਹੈ ਨਾ ਉਹਨੂੰ ਹਾਏ ਤੋਬਾ ਮਚੀ ਰਹਿੰਦੀ ਹੈ, ਮੇਰੇ ਹੱਥੋਂ ਮਾਇਆ ਨਿਕਲ ਰਹੀ ਹੈ, ਮੇਰੀ ਮਾਇਆ ਘਟ ਜਾਏਗੀ, ਮੇਰੀ ਦੌਲਤ ਘਟ ਜਾਏਗੀ। तो खर्च कर लगे सरफा करता है, कंजूसी करता है, कमाई करन नूं शेर है, पर खर्चा करन नूं किसी नूं देन लगे उन्होंने तकलीफ होंदी है। तो खट्टे दम सामी ਜਿਹੜੀ ਖੱਟੀ ਕਰਕੇ ਜੋ ਉਹਨੇ ਦਮੜੇ ਤੋਂ ਮਾਇਆ ਇਕੱਠੀ ਕੀਤੀ ਹੁੰਦੀ ਹੈ, ਉਹਨੂੰ ਖਰਚਣ ਦਾ ਉਹਨੂੰ ਹਮੇਸ਼ਾ ਸਹਿਮ ਪਿਆ ਰਹਿੰਦਾ ਹੈ ਕਿਤੇ ਮੁੱਕ ਨਾ ਜਾਏ। ਇਹ ਮਾਇਆਧਾਰੀ ਬੰਦੇ ਦੀ ਬਿਰਤੀ ਹੁੰਦੀ ਹੈ ਕਿ ਜਿਹੜਾ ਹਰ ਵੇਲੇ ਮਾਇਆ ਇਕੱਠੀ ਕਰਨ ਵਾਸਤੇ ਔਰ ਜੋੜਨ ਵਿੱਚ ਹੀ ਲੱਗਾ ਰਹਿੰਦਾ ਹੈ ਤੇ ਖਰਚਣ ਲੱਗਿਆ ਉਹਨੂੰ ਹਮੇਸ਼ਾ ਹੀ ਸਹਿਮ ਰਹਿੰਦਾ ਹੈ ਕਿ ਕਿਤੇ ਮੁੱਕ ਹੀ ਨਾ ਜਾਏ, ਖਤਮ ਨਾ ਹੋ ਜਾਏ। तो ਇਸੇ ਤਰੀਕੇ ਦੇ ਬੰਦੇ ਦੇ ਵਾਸਤੇ ਇੱਕ ਮੈਨੂੰ ਗੱਲ ਯਾਦ ਆਈ ਹੈ ਕਿ ਇੱਕ ਸੇਠ ਆਪਣੇ ਅਕਾਊਂਟੈਂਟ ਨੂੰ ਪੁੱਛਦਾ ਕਿ ਜਿਹੜਾ ਹਿਸਾਬ ਕਿਤਾਬ ਲਗਾ ਕੇ ਦੱਸੋ ਕਿ ਮੇਰੀ ਦੌਲਤ ਕੁੱਲ ਕਿੰਨੀ ਕੁ ਇਕੱਠੀ ਹੋ ਚੁੱਕੀ ਹੈ। ਉਹ ਅੱਗੋਂ ਕਹਿੰਦਾ ਜੀ ਤੁਸੀਂ ਫਿਕਰ ਨਾ ਕਰੋ, ਬਹੁਤ ਦੌਲਤ ਹੈ ਤੁਹਾਡੇ ਕੋਲ, ਤੁਹਾਡੀਆਂ 7 ਪੁਸ਼ਤਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਖਰਚਦੀਆਂ ਰਹਿਣਗੀਆਂ ਤਾਂ ਵੀ ਇਹ ਮੁੱਕਣ ਵਾਲੀ ਨਹੀਂ ਹੈ। 7 ਪੁਸ਼ਤਾਂ ਵਾਸਤੇ ਤਾਂ ਕਾਫੀ ਹੈ। ਤੇ ਉਹ ਸੇਠ ਰੋਣ ਲੱਗ ਪਿਆ, ਕਹਿੰਦਾ 7 ਪੁਸ਼ਤਾਂ ਵਾਸਤੇ ਹੀ ਹੈ, ਫਿਰ ਮੇਰਾ ਮਤਲਬ ਮੇਰੀ 8ਵੀਂ ਪੁਸ਼ਤ ਭੁੱਖੀ ਮਰੇਗੀ। तो इस तरीके की सोच रखने वालियां दी ही ਇਹਦੇ ਕੁਝ ਵਰਣਨ ਆ ਰਿਹਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਮਾਇਆ ਕਮਾਉਣ ਦੇ ਵਿੱਚ ਤਾਂ ਪੂਰਾ ਧਿਆਨ ਹੈ, ਸਰੀਰ ਦੀਆਂ ਸਾਰੀਆਂ ਇੰਦਰੀਆਂ, ਦਿਮਾਗ ਦਾ ਸਾਰਾ ਧਿਆਨ, ਸਭ ਕੁਝ ਸਿਰਫ ਮਾਇਆ ਕਮਾਉਣ ਵਾਲੇ ਪਾਸੇ ਹੈ। ਹੋਰ ਕੋਈ ਚੀਜ਼ਾਂ ਜਿਹੜੀਆਂ ਨੇ ਦੁਨੀਆ ਦਾ ਹੋਰ ਕੋਈ ਕੰਮ ਉਹਨਾਂ ਦੇ ਧਿਆਨ ਵਿੱਚ ਨਹੀਂ ਆਉਂਦਾ, ਪਰ ਖਰਚਾ ਕਰਨ ਲੱਗਿਆ ਉਹਨਾਂ ਨੂੰ ਤਕਲੀਫ ਹੁੰਦੀ ਹੈ, ਸਹਿਮ ਪਿਆ ਰਹਿੰਦਾ, ਡਰ ਲੱਗਾ ਰਹਿੰਦਾ ਕਿ ਕਿਤੇ ਮੇਰੀ ਦੌਲਤ ਘਟ ਨਾ ਜਾਵੇ। तो इस तरीके के मायाधारी बंदे की जो है इस श्लोक के अंदर डिस्क्रिप्शन दी गई है। अगला श्लोक जो है श्लोक नंबर 30 ਉਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦੇ ਬੰਦਿਆਂ ਦੀ ਅਵਸਥਾ ਬੜੇ ਹੋਰ ਸੁੰਦਰ ਅਲੰਕਾਰ ਨੂੰ ਵਰਤ ਕੇ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ। ਬਿਲਕੁਲ ਡਿਫਰੈਂਟ ਜਿਹੜਾ ਹੈ ਉਹਦੇ ਅੰਦਰ ਰੈਫਰੈਂਸ ਹੈ, ਪਰ ਅਵਸਥਾ ਉਸੇ ਬੰਦੇ ਦੀ ਹੈ ਜਿਹਦਾ ਆਪਣੇ ਮੂਲ ਨਾਲ ਟੁੱਟਿਆ ਹੋਇਆ ਬੰਦਾ ਹੈ, पर उन्होंने समझ आ गई है कि भाई जो दी हालत खराब हुई है वो मूल तो टुटन करके हुई है। तो श्लोक जो है पहला उसका पाठ करते हैं जी। पब्बर तू हरियावला कवला कंचन वन, कह दोखड़े सड़ियों काली होइया देहुरी, नानक मैं तन भंग जाना पानी ना लहा, जै सेती मेरा संग, जित डिठै तन पर फुड़ै चढ़ै चवगन वन। पब्बर, पब्बर लफ्ज का जो आखिरी अर्थ है वो है सरोवर। प्रोफेसर साहब सिंह ने ये जो रूट दिता है कि संस्कृत के लफ्ज पदयाकर तो बन के ਉਹਦਾ ਵਿਗੜਿਆ रूप पंजाबी च आके पब्बर बन गया है। ਇਹਦਾ अर्थ ਹੁੰਦਾ है फुल्लां दी खान। तो सरोवर ਦੇ ਵਿੱਚ ਆਮ ਤੌਰ ਤੇ ਕਮਲ ਦੇ ਫੁੱਲ ਹੁੰਦੇ ਹਨ ਤੇ ਉਹ ਉਸ ਕਰਕੇ ਇਹ ਲਫ਼ਜ਼ ਸਰੋਵਰ ਵਾਸਤੇ ਵਰਤਿਆ ਜਾਂਦਾ। तो पब्बर ਦੇ ਜੋ ਆਖਰੀ ਅਰਥ ਹਨ ਉਹ ਹਨ ਸਰੋਵਰ। तो गुरु साहब ਇੱਥੇ ਸਰੋਵਰ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ हे ਸਰੋਵਰ, ਤੂੰ ਪਹਿਲਾਂ ਤਾਂ ਹਰੀਆਵਲਾ ਕਮਲਾ ਕੰਚਨ ਵਨ, ਇਹ ਤੇਰੀ ਅਵਸਥਾ ਹੁੰਦੀ ਸੀ। ਮੈਂ ਤੈਨੂੰ ਵੇਖਿਆ ਹੈ ਕਿ ਪਹਿਲਾਂ ਤੇਰੇ ਜੋ ਹਾਲਤ ਸੀ
ਤੂੰ ਹਰਿਆ ਭਰਿਆ ਹੁੰਦਾ ਸੀਗਾ, ਬੜਾ ਤੇਰੇ ਆਲੇ ਦੁਆਲੇ ਬਹੁਤ ਹਰਿਆਵਲ ਹੁੰਦੀ ਸੀ, ਪਾਣੀ ਸਾਫ਼ ਸੁਥਰਾ ਹੁੰਦਾ ਸੀ, ਤੇਰੇ ਅੰਦਰ ਬੜੇ ਚਮਕੀਲੇ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਤੇਰੇ ਅੰਦਰ ਖਿੜੇ ਹੋਏ ਹੁੰਦੇ ਸਨ। ਪਰ ਹੁਣ ਜੋ ਮੈਂ ਦੇਖ ਰਿਹਾ ਹਾਂ, ਕਹਿ ਦੋਖੜੈ ਸੜਿਓ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਪਰ ਹੁਣ ਮੈਂ ਦੇਖ ਰਿਹਾ ਹਾਂ ਕਿ ਕਿਸੇ ਨੁਕਸ ਦੇ ਕਰਕੇ, ਕਿਸੇ ਦੋਖ ਕਰਕੇ, ਕਿਸੇ ਵਜ੍ਹਾ ਕਰਕੇ ਤੇਰਾ ਤੇ ਪਾਣੀ ਸੜ ਗਿਆ ਹੈ, ਸੜਿਆ ਹੋਇਆ ਬਿਲਕੁਲ ਨਜ਼ਰ ਆ ਰਿਹਾ ਹੈ। ਤੇਰੀ ਦੇਹਰੀ, ਤੇਰੀ ਜੋ ਬॉडी है, वाटर बॉडी है, वो तेरा पानी का रंग काला हो गया है, काली होई आ देहरी, नानक मैं तन भंग। तेरा ये सारा शरीर जिवें इंज है कि जिवें बिल्कुल ही खराब हो गया है, भंग हो गया है, टुट गया, अपने पुराने असले नालों टुट गया है। ये की कारण की है? कह दो खड़े सड़ियों। तो जिवें ये सवाल है सरोवर नूं, ਬਈ ਹੈ ਸਰੋਵਰ, ਤੂੰ ਪਹਿਲੇ ਚੰਗਾ ਹਰਿਆ ਭਰਿਆ ਹੁੰਦਾ ਸੀਗਾ, ਤੇਰੇ ਅੰਦਰ ਸੋਨੇ ਵਰਗੇ ਚਮਕੀਲੇ ਕਮਲ ਦੇ ਫੁੱਲ ਹੁੰਦੇ ਸਨ। ਪਰ ਹੁਣ ਤੇਰੀ ਹਾਲਤ ਇਹ ਹੈ ਕਿ ਤੇਰੇ ਪਾਣੀ ਤੇਰੇ ਅੰਦਰੋਂ ਸੜਿਆਂਦ ਆ ਰਹੀ ਹੈ, ਬਹੁਤ ਹੀ ਬਦਬੂ ਆ ਰਹੀ ਹੈ, ਤੇਰੇ ਰੰਗ ਵੀ ਜਿਹੜਾ ਭ੍ਰਿਸ਼ਟ ਕੇ ਕਾਲਾ ਹੋ ਗਿਆ ਹੈ, ਤੇ ਜਿਵੇਂ ਇੰਜ ਲੱਗਦਾ ਕਿ ਜਿਵੇਂ ਤੇਰੀ ਅਸਲੀਅਤ ਜਿਹੜੀ ਜੋ ਪੁਰਾਣਾ ਤੇਰਾ ਸਰੂਪ ਸੀ ਉਹ ਤਾਂ ਬਿਲਕੁਲ ਨਾਸ਼ ਹੀ ਹੋ ਗਿਆ ਹੈ। ਇਹ ਕਿਵੇਂ ਹੋਇਆ, ਕਿਸ ਕਾਰਨ ਕਰਕੇ ਹੋਇਆ? ਕਹਿ ਦੋਖੜਾ ਸੜਿਓ, ਤੇਰੇ ਅੰਦਰ ਸੜਿਆਂਦ किस दोष करके, किस बुराई करके आई है? तो जवाब सरोवर दे वल्लों है, गुरु साहब आप ही सरोवर दे वल्लों जवाब देंदे हन। जाना पानी ना लहा, जैसे ती मेरा संग। मैनू समझ ये आई है, हे नानक, मैनू इस अपनी तकलीफ दी, इस बुरी अवस्था दी जो वजह समझ आई है, वो ये है कि मेरा पानी दे नाल जिहड़ा साथ रहिंदा सी, वो साथ मेरा खत्म हो गया। कई बारी ਹੁੰਦਾ ਕੀ ਹੈ ਕਿ ਦਰਿਆਵਾਂ ਦਾ ਪਾਣੀ ਜਦੋਂ ਹੜ੍ਹ ਆਉਂਦੇ ਨੇ ਤਾਂ ਉਹ ਉਛਲ ਕੇ ਕਿਨਾਰਿਆਂ ਤੋਂ ਉਹ ਦਰਿਆ ਤੋਂ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ। ਉਹ ਪਾਣੀ ਉਛਾਲੇ ਮਾਰ ਕੇ ਉੱਚੀਆਂ ਨੀਵੀਆਂ ਜਗ੍ਹਾ ਦੇ ਉੱਤੇ ਵਗਣਾ ਸ਼ੁਰੂ ਹੋ ਜਾਂਦਾ ਹੈ। ਫਿਰ ਜਿਹੜੇ ਛੋਟੇ-ਮੋਟੇ ਟੋਏ ਹੁੰਦੇ ਨੇ ਉਹਨਾਂ ਦੇ ਵਿੱਚ ਪਾਣੀ ਭਰ ਵੀ ਜਾਂਦਾ ਹੈ, ਉੱਥੇ ਪਾਣੀ ਇਕੱਠਾ ਹੋ ਜਾਂਦਾ ਹੈ। ਪਰ ਜਦੋਂ ਹੜ੍ਹ ਘਟ ਜਾਂਦਾ ਹੈ ਤਾਂ ਜੋ ਦਰਿਆ ਦਾ ਜੋ ਵਹਾਅ ਹੁੰਦਾ ਹੈ ਉਹ ਹਲਕਾ ਹੋ ਜਾਂਦਾ ਹੈ ਤੇ ਫਿਰ ਪਾਣੀ ਕਿਨਾਰਿਆਂ ਤੋਂ ਬਾਹਰ ਆਣਾ ਬੰਦ ਹੋ ਜਾਂਦਾ ਹੈ। तो ਜਿਹੜਾ ਜੋੜ ਉਸ ਟੋਏ ਟਿੱਬੇ ਵਿੱਚ ਪਏ ਹੋਏ ਪਾਣੀ ਦਾ ਜਿਹੜਾ ਛੋਟਾ ਮੋਟਾ ਇਸ ਤਰੀਕੇ ਦਾ ਸਰੋਵਰ ਬਣ ਜਾਂਦਾ ਹੈ, ਉਹਦਾ ਸੰਬੰਧ ਜਿਹੜਾ ਹੈ ਦਰਿਆ ਨਾਲੋਂ ਟੁੱਟ ਜਾਂਦਾ ਹੈ ਤੇ ਹੁਣ ਉਹ ਖੜਾ ਪਾਣੀ ਰਹਿ ਜਾਂਦਾ ਹੈ। ਵਗਦਾ ਪਾਣੀ ਜਿਹੜਾ ਹੈ ਲਗਾਤਾਰ ਕੰਟੀਨਿਊਸਲੀ ਚੇਂਜ ਹੁੰਦਾ ਰਹਿੰਦਾ ਹੈ, ਉਹ ਫਰੈਸ਼ ਰਹਿੰਦਾ ਹੈ। ਪਰ ਸੇਮ ਪਾਣੀ ਇੱਕੋ ਜਗ੍ਹਾ ਤੇ ਖੜਿਆ ਰਵੇ ਤਾਂ ਉਹਦਾ ਫਰੈਸ਼ ਪਾਣੀ ਦੇ ਨਾਲੋਂ ਲਿੰਕ ਖਤਮ ਹੋ ਜਾਂਦਾ ਹੈ। ਉਸ ਅਵਸਥਾ ਦਾ ਵਰਣਨ ਇਸ ਸਰੋਵਰ ਵੱਲੋਂ ਦੱਸਿਆ ਜਾ ਰਿਹਾ ਹੈ। ਜਾਣਾ ਪਾਣੀ ਨਾਲ ਹਾਂ, ਜੈਸੇ ਤੀ ਮੇਰਾ ਸੰਗ। ਮੇਰਾ ਜਿਹੜਾ ਤਾਜ਼ੇ ਪਾਣੀ ਦੇ ਨਾਲ ਸਾਥ ਸੀਗਾ ਉਹ ਹੁਣ ਮੇਰਾ ਸਾਥ ਟੁੱਟ ਗਿਆ ਹੈ। ਜਾਣਾ ਪਾਣੀ ਨਾਲ ਹਾਂ, ਜੈਸੇ ਤੀ ਮੇਰਾ ਸੰਗ। ਮੇਰਾ ਸੰਗ ਸੀ, ਮੇਰਾ ਲਿੰਕ ਸੀ, ਕਨੈਕਸ਼ਨ ਸੀਗਾ ਪਾਣੀ ਦੇ ਨਾਲ, ਜਿਸ ਪਾਣੀ ਦੇ ਨਾਲ ਉਹ ਹੁਣ ਮੈਨੂੰ ਨਹੀਂ ਮਿਲ ਰਿਹਾ। ਜਿਹੜਾ ਫਰੈਸ਼ ਪਾਣੀ ਮੈਨੂੰ ਮਿਲਦਾ ਸੀਗਾ ਉਹ ਹੁਣ ਮਿਲਣਾ ਬੰਦ ਹੋ ਗਿਆ ਹੈ। ਉਸ ਪਾਣੀ ਦਾ ਸਦਕਾ ਹੀ ਮੇਰੇ ਅੰਦਰ ਇਹ ਹੁੰਦਾ ਸੀ ਕਿ ਮੇਰਾ ਸਰੀਰ ਵੀ ਪ੍ਰਫੁੱਲਤ ਰਹਿੰਦਾ ਸੀ, ਤਾਜ਼ਗੀ ਬਣੀ ਰਹਿੰਦੀ ਸੀ ਤੇ ਮੇਰਾ ਰੰਗ ਰੂਪ ਜਿਹੜਾ ਹੈ ਉਹ ਜਿਵੇਂ 4 ਗੁਣਾ ਚੜਿਆ ਰਹਿੰਦਾ ਸੀਗਾ, ਭਾਵ ਖਿਲਿਆ ਰਹਿੰਦਾ ਸੀਗਾ। ਪਰ ਹੁਣ ਕਿਉਂਕਿ ਮੈਨੂੰ ਉਸ ਪਾਣੀ ਦਾ ਸੰਗ ਮੇਰਾ ਖਤਮ ਹੋ ਗਿਆ ਹੈ ਤੇ ਮੇਰੀ ਇਹ ਮਾੜੀ ਹਾਲਤ ਹੋ ਗਈ ਹੈ। ਚਿਤ ਡਿੱਠਾ ਤਨ ਪਰਫੁੜੈ। ਪਰਫੁੜੇ ਤੋਂ ਭਾਵ ਹੈ ਪ੍ਰਫੁੱਲਤ ਰਹਿੰਦਾ ਸੀਗਾ, ਖਿੜਿਆ ਰਹਿੰਦਾ ਸੀਗਾ। ਜਿਸ ਪਾਣੀ ਨੂੰ ਦੇ ਮਿਲਾਪ ਕਰਕੇ ਜਿਹਦੇ ਨਾਲ ਲਿੰਕ ਹੋ ਕੇ, ਜਿਹਦੇ ਨਾਲ ਕਨੈਕਸ਼ਨ ਹੋ ਕੇ ਮੇਰਾ ਸਰੀਰ ਖਿੜ ਜਾਂਦਾ ਸੀਗਾ ਤੇ ਮੈਨੂੰ 4 ਗੁਣਾ ਰੰਗ ਚੜ ਜਾਂਦਾ ਸੀ। ਚੜ੍ਹੈ ਚਵੱਗਨ ਵਨ, ਵਨ ਦਾ ਅਰਥ ਹੈ ਰੰਗ, ਚਵੱਗਨ 4 ਗੁਣਾ, 4 ਗੁਣਾ ਰੰਗ ਚੜ ਜਾਣਾ, ਭਾਵ ਤਰੱਕੀ 'ਚ ਰਹਿਣਾ, ਹਰ ਵੇਲੇ ਖਿੜਾਅ 'ਚ ਰਹਿਣਾ। ਤਨ ਪਰਫੁੜੇ ਤੋਂ ਭਾਵ ਵੀ ਇਹੀ ਹੈ ਕਿ ਮੇਰਾ ਸਰੀਰ, ਮੇਰੀ ਜੋ ਹੋਂਦ ਹੈ ਉਹ ਪ੍ਰਫੁੱਲਤ ਰਹਿੰਦੀ ਸੀ, ਖਿੜੀ ਰਹਿੰਦੀ ਸੀ। ਇਹ ਸਭ ਕੁਝ ਹੁੰਦਾ ਕਿਵੇਂ ਸੀਗਾ? ਜਿਤ ਡਿੱਠਾ, ਉਸ ਪਾਣੀ ਦੇ ਦਰਸ਼ਨ ਕਰਕੇ, ਉਸ ਪਾਣੀ ਦੇ ਨਾਲ ਮਿਲਾਪ ਕਰਕੇ। ਸੋ ਇਹ ਸਾਰਾ ਕੁਝ ਮੇਰੀ ਜਿਹੜੀ ਤਾਜ਼ਗੀ, ਮੇਰੇ ਅੰਦਰ ਫੁੱਲ, ਮੇਰਾ ਰੰਗ ਸੋਹਣਾ ਰੂਪ, ਇਹ ਸਭ ਕੁਝ ਸੀਗਾ ਪਾਣੀ ਦੇ ਨਾਲ ਸੰਗ ਕਰਕੇ। ਉਹ ਪਾਣੀ ਦਾ ਜਿਹੜਾ ਸੰਗ ਮੇਰਾ ਖਤਮ ਹੋਇਆ ਤਾਂ ਮੇਰੇ ਅੰਦਰ ਸੜਿਆਂਦ ਆਉਣੀ ਸ਼ੁਰੂ ਹੋ ਗਈ। ਮੇਰੇ ਦੇ ਅੰਦਰ ਜਿਹੜੇ ਫੁੱਲ ਸਨ ਉਹ ਵੀ ਮੁਰਝਾ ਗਏ, ਮੇਰਾ ਰੰਗ ਵੀ ਕਾਲਾ ਹੋ ਗਿਆ, ਖਰਾਬ ਹੋ ਗਿਆ,
मेरे अंदरों बदबू आनी शुरू हो गई। सो भावार्थ की है इसका, मिसाल गुरु साहब ने ਲਈ है सरोवर की, पर अवस्था बयान की है मनुख की। ਤੇ ਮਨੁੱਖ ਜਦੋਂ परमात्मा ਦੇ ਨਾਲ ਜੁੜਿਆ ਰਹਿੰਦਾ, ਉਹਦੀ ਲਿਵ ਸੁਰਤ ਜੁੜੀ ਰਹਿੰਦੀ ਹੈ परमात्मा ਦੇ ਨਾਲ, ਤਾਂ ਉਹ ਗੁਨਾਹ ਦੇ ਸਰੋਤ ਦੇ ਨਾਲ ਜੁੜਿਆ ਹੋਇਆ ਹੈ। ਉਹਦੇ ਅੰਦਰ ਗੁਣ ਹੀ ਗੁਣ ਭਰਪੂਰ ਹੁੰਦੇ ਹਨ। ਪਰ ਜਿਉਂ ਹੀ ਉਹਦਾ ਲਿੰਕ ਟੁੱਟਦਾ ਹੈ ਗੁਨਾਹ ਦੇ ਸੋਮੇ परमात्मा ਦੇ ਨਾਲੋਂ, ਤਾਂ ਉਹ ਲਿੰਕ ਖਤਮ ਹੋ ਗਿਆ। ਹੁਣ ਗੁਣ ਅੰਦਰ ਆਉਣ ਦੀ ਬਜਾਏ ਮਾਇਆ ਹਾਵੀ ਹੋ ਜਾਂਦੀ ਹੈ। ਗੁਣ ਤਾਂ ਗੁਨਾਹ ਦੀ ਸਪਲਾਈ ਤਾਂ ਮਿਲਦੀ ਨਹੀਂ ਹੈ, ਤੇ ਮਾਇਆ ਗੁਨਾਹ ਨੂੰ ਇੱਕ ਇੱਕ ਕਰਕੇ ਨਸ਼ਟ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਉਹ ਹਰਿਆ ਭਰਿਆ ਫੁੱਲਾਂ ਦੇ ਨਾਲ ਖਿੜਿਆ ਹੋਇਆ ਜਿਹੜਾ ਸਰੋਵਰ ਹੈ, ਉਹ ਸੜਿਆਂਦ ਵਾਲਾ ਤੇ ਕਾਲਾ ਕਲੂਟਾ ਜਿਹਾ, ਉਹਦਾ ਪਾਣੀ ਵੀ ਖਰਾਬ ਹੋ ਜਾਂਦਾ ਹੈ। ਤੇ ਮਨੁੱਖੀ ਮਨ ਦੀ ਵੀ, ਮਨੁੱਖੀ ਜੀਵ ਦੀ ਵੀ ਇਹੀ ਅਵਸਥਾ ਹੋ ਜਾਂਦੀ ਹੈ। ਜਦੋਂ ਉਹਦੀ ਸੁਰਤ ਟੁੱਟਦੀ ਹੈ परमात्मा ਨਾਲੋਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਉਹ ਮਾਇਆ ਦਾ ਜ਼ੋਰ ਜਦੋਂ ਪੈਂਦਾ ਹੈ ਤਾਂ ਫਿਰ ਅੰਦਰੋਂ ਗੁਣ ਜਿਹੜੇ ਹਨ ਉਹ ਨਾਸ਼ ਹੋਣੇ ਸ਼ੁਰੂ ਹੋ ਜਾਂਦੇ ਹਨ, ਤੇ ਔਗਣਾ ਦੀ ਸੜਿਆਂਦ ਉਹਦੇ ਅੰਦਰੋਂ ਆਣੀ ਸ਼ੁਰੂ ਹੋ ਜਾਂਦੀ ਹੈ। ਫਿਰ ਵਿਕਾਰੀ ਜੀਵਨ ਹੀ ਉਸਦਾ ਬਣ ਜਾਂਦਾ ਹੈ, ਤੇ ਉਹਦੇ ਅੰਦਰੋਂ ਵਿਕਾਰਾਂ ਦੀ ਬਦਬੂ ਆਉਂਦੀ ਹੈ। ਵਿਕਾਰਾਂ ਦਾ ਹੀ ਰੂਪ ਰੰਗ ਜਿਹੜਾ ਕਾਲਾ ਮੈਲਾ ਬਦਬੂ ਵਾਲਾ ਜਿਹੜਾ ਰੰਗ ਰੂਪ ਨਜ਼ਰ ਆਉਂਦਾ ਹੈ। ਜਿਹੜਾ ਸੋਹਣਾ ਖਿੜਿਆ ਹੋਇਆ ਕੰਚਨ ਮੰਨਾ ਗੁਣਾਂ ਨਾਲ ਭਰਪੂਰ ਸਰੂਪ ਹੁੰਦਾ ਸੀ, ਉਹ ਕਿਧਰੇ ਨਜ਼ਰ ਨਹੀਂ ਆਉਂਦਾ। तो ये सरोवर की मिसाल दे के भी गुरु साहब ने ऐसे इंसान की अवस्था वर्णन की है जिहदी सुरत परमात्मा नालों टुटी हुई है, जिहड़ा केवल माया दे नाल ही प्रभावित, माया तो ही प्रभावित है। पर उन्होंने याद कराया है कि तेरा पहला रूप की हुंदा सीगा, वो अवस्था दस के ते उहदे विगाड़ दी जिहड़ी है उसनों चेतना करवाई गई है, उहदी वजह भी फिर नाल बयान कर दी है। तो इस श्लोक के अंदर जो मनुखी मन की जो अवस्था है, जो परमात्मा नाल टुटे हुए इंसान की अवस्था है, ऐसे इंसान नूं एक हलूना है, एक इसमें चेतावनी है कि किस अवस्था तो तू किस अवस्था तक पहुंच गया है। ते तेरे सुधार का भी तरीका इको ही है कि मुड़ के अगर जे तेरा जोड़ जुड़ जाए उस पानी दे नाल, उस गुनाह दे सोमे दे नाल, तो ये बीमारी जड़ी है वो खत्म भी हो सकती है, ते मुड़ के खिड़ाव की अवस्था प्राप्त हो सकती है। तो अगला श्लोक है जी, श्लोक नंबर 31। रज न कोई जीवया पहुंच न चलिया कोय, ज्ञानी जीवै सदा सदा सुरती ही पत होए, सरफै सरफै सदा सदा एवं गई विहाए, नानक किसनों आखी है बिन पुछिया ही लै जाए। रज ते जज्जे नूं सियारी है, रज के, रज ना कोई जीवया, रज के कोई नहीं जिउंदा, भाव जिन्ना मर्जी किसी नूं जीवन मिलिया होवे पर इंसान नूं रज नहीं आंदा। कोई इंसान ये नहीं कहता बस बड़ी है उम्र मैनूं होर इस तो वध की करनी है, नहीं, वो तो होर ते होर ते होर होर दी मांग ही रहिंदी, अजे मैं होर जीना, अजे मैं होर जीना, अजे मैं ते अपने सारे बच्चों के विआह ही नहीं देखे, जिन्हें बच्चों के वेख ले होंगे ने वो कहते अजे मैं अपने पोते पोतियां के विआह नहीं देखे, तो फिर अजे उन्होंने पड़पोते पड़पोतियां भी वेखने ने, वो भी वड्डे हो लैन। तो ये जिहड़ी मन दी तृष्णा है वो तो कभी खत्म होंदी ही नहीं, होर होर दी लालसा चलती ही रहती है। ना माया वालों बंदा कभी रजदा है, ते ना ही अपनी उम्र वालों कोई बंदा कभी रजिया है। उसे ही हालात का जो है वर्णन इस पंक्ति च किया गया है। रज ना कोई जीविया पहुंच ना चलिया कोई, पहुंच के दा मतलब हुंदा हैगा कि जिहड़ा अपनी मंजिल ते पहुंच जाए। कोई विरला ही हुंदा है जिहड़ा वाकई इस मनुखी जीवन विच जिस काम वास्ते ये जीवन मिलिया सी उस मंजिल नूं प्राप्त करके ते उहने चलाना कीता होवे, इस दुनिया तो रुखसत होया होवे। पहुंच ना चलिया कोई, अपनी मंजिल ते पहुंच के कोई नहीं इस दुनिया तो जांदा। सब नूं अजे माया दे नाल ही प्यार हुंदा है। जो मनुखा जीवन का असल मनोरथ है परमात्मा के नाल इकमिकता हासिल करनी, परमात्मा नाल भेद होना, वो मंजिल है। उस मंजिल तक कोई विरला ही पहुंचता है। तो जिथे कोई विरला ही कोट मदे कोई विरला वाली अवस्था होवे तो इन जनरल स्टेटमेंट दी जा सकती है भी कोई नहीं पहुंचता।
ਕਿ ਜੇ ਭਲਾ ਕਰੋੜਾਂ ਵਿੱਚੋਂ ਕੋਈ ਇੱਕ ਹੀ ਮੰਜ਼ਿਲ ਤੇ ਪਹੁੰਚਦਾ ਹੋਵੇ ਤਾਂ ਇਹ ਜਨਰਲ ਸਟੇਟਮੈਂਟ ਆਪਣੇ ਆਪ 'ਚ ਠੀਕ ਹੀ ਹੈ ਵੀ ਕੋਈ ਨਹੀਂ ਪਹੁੰਚਿਆ, ਕੋਈ ਨਹੀਂ ਪਹੁੰਚਦਾ। ਤਾਂ ਉਹੀ ਗੱਲ ਇੱਥੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਨਾ ਹੀ ਜ਼ਿੰਦਗੀ ਦੀ ਉਮਰ ਭੋਗ ਭੋਗ ਕੇ ਕਿਸੇ ਮਨੁੱਖ ਨੂੰ ਰੱਜ ਆਉਂਦਾ ਹੈ, ਤਸੱਲੀ ਹੁੰਦੀ ਹੈ, ਤੇ ਨਾ ਹੀ ਕੋਈ ਮਨੁੱਖ ਦੁਨੀਆ ਦੇ ਸਾਰੇ ਧੰਦਿਆਂ ਦੇ ਵੱਲੋਂ ਆਪਣੇ ਆਪ ਨੂੰ ਹਟਾ ਕੇ ਆਪਣੀ ਮੰਜ਼ਿਲ ਪਹੁੰਚ ਕੇ ਕੋਈ ਬੰਦਾ ਇੱਥੋਂ ਤੁਰਦਾ ਹੈ। ਐਸੀ ਅਵਸਥਾ ਕਿਸੇ ਵਿਰਲੇ ਦੀ ਹੀ ਹੁੰਦੀ ਹੈ ਕਿ ਜਿਹੜਾ ਦੁਨਿਆਵੀ ਧੰਦਿਆਂ ਤੋਂ ਆਪਣੇ ਆਪ ਨੂੰ ਅਲੇਪ ਕਰ ਲਵੇ ਤੇ ਪਰਮਾਤਮਾ ਨਾਲ ਸੁਰਤ ਜੋੜ ਕੇ ਜੋ ਉਸਦੀ ਜੀਵਨ ਦੀ ਅਸਲ ਮੰਜ਼ਿਲ ਹੈ ਉਸ ਨੂੰ ਹਾਸਲ ਕਰਕੇ ਕੋਈ ਚੱਲਿਆ ਹੋਵੇ ਤੇ ਕਹਿੰਦਾ ਹੋਵੇ ਕਿ ਹਾਂ ਵੀ ਮੇਰੇ ਕੰਮ ਧੰਦੇ ਮੁੱਕ ਗਏ ਨੇ, ਹੁਣ ਮੈਨੂੰ ਕੋਈ ਮਾਇਆ ਦੀ ਕਿਸੇ ਤਰ੍ਹਾਂ ਦੀ ਕੋਈ ਪਕੜ ਨਹੀਂ ਹੈ। ਇਹ ਬੜੀ ਨਾ ਨਾ ਨਜ਼ਰ ਆਉਣ ਵਾਲੀ ਅਵਸਥਾ ਹੈ, ਬੜੀ ਰੇਅਰ ਚੀਜ਼ ਹੈ ਜਿਹੜੀ ਕਿਤੇ ਹੀ ਕਦੀ ਕਰੋੜਾਂ ਚੋਂ ਕਿਸੇ ਇੱਕ ਦੀ ਨਜ਼ਰ ਆਉਂਦੀ ਹੋਏਗੀ, ਜਿਹੜਾ ਇਹ ਕਹਿੰਦਾ ਹੋਵੇ ਕਿ ਵੀ ਹਾਂ ਮੈਨੂੰ ਜ਼ਿੰਦਗੀ ਦੀ ਹੋਰ ਕੋਈ ਬਹੁਤੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਮੈਂ ਜੋ ਕੁਝ ਕਰਨਾ ਸੀ ਮੈਂ ਕਰ ਲਿਆ ਹੈ, ਮੈਨੂੰ ਆਪਣੀ ਮੰਜ਼ਿਲ ਹਾਸਲ ਹੋ ਗਈ ਹੈ ਤੇ ਮੈਂ ਤਿਆਰ ਹਾਂ, ਜਦੋਂ ਵੀ ਮੈਨੂੰ ਬੁਲਾਵਾ ਆਵੇ ਮੈਂ ਜਾਣ ਨੂੰ ਰਾਜ਼ੀ ਹਾਂ। ਐਸੀ ਅਵਸਥਾ ਕਿਸੇ ਵਿਰਲੇ ਵਿਰਲੇ ਦੀ ਹੀ ਹੁੰਦੀ ਹੈ। ਇਨ ਜਨਰਲ ਇਹੀ ਕਿਹਾ ਜਾ ਸਕਦਾ ਹੈ ਕਿ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਆਪਣੇ ਦੁਨੀਆ ਦੇ ਧੰਦੇ ਮੁਕਾ ਕੇ ਇੱਥੋਂ ਕੋਈ ਨਹੀਂ ਤੁਰਦਾ। ਪਰ ਜਿਹੜਾ ਆਤਮਿਕ ਗਿਆਨ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ, ਚਾਹੇ ਉਹ ਕੋਈ ਵਿਰਲਾ ਹੀ ਹੈ, ਉਹਦੀ ਅਵਸਥਾ ਕੀ ਹੁੰਦੀ ਹੈ ਕਿ ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਗਿਆਨੀ ਕੌਣ ਹੈ? ਇਹ ਗਿਆਨੀ ਕੋਈ ਪੰਜਾਬ ਯੂਨੀਵਰਸਿਟੀ ਦਾ ਗਿਆਨੀ ਕੋਰਸ ਕਰਨ ਵਾਲਾ ਗਿਆਨੀ ਨਹੀਂ ਹੈ, ਨਾ ਹੀ ਗੁਰਦੁਆਰੇ ਦਾ ਭਾਈ ਹੈਗਾ ਤੇ ਗ੍ਰੰਥੀ ਲੱਗ ਜਾਏ ਉਹ ਗਿਆਨੀ ਹੈ। ਇਹ ਗਿਆਨੀ ਉਹ ਹੈ ਜਿਹੜਾ ਆਤਮਿਕ ਗਿਆਨ ਜਿਹਨੂੰ ਪ੍ਰਾਪਤ ਹੋ ਗਿਆ ਹੈ, ਜਿਨ੍ਹਾਂ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਣ ਕਰਕੇ ਗੁਰੂ ਦਾ ਗਿਆਨ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਜਿਨਨੇ ਸਿਰਫ ਦਿਖਾਵੇ ਵਾਸਤੇ ਹੀ ਸਿਰ ਨਹੀਂ ਝੁਕਾਇਆ, ਉਹਨੇ ਆਪਣੀ ਮੱਤ ਅਰਪਣ ਗੁਰੂ ਦੇ ਅੱਗੇ ਕਰਕੇ ਤੇ ਗੁਰੂ ਦੀ ਮੱਤ ਗ੍ਰਹਿਣ ਕਰ ਲਈ ਹੈ ਤੇ ਗੁਰੂ ਦਾ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਹੈ, ਉਹ ਗਿਆਨੀ। ਐਸਾ ਗਿਆਨੀ ਜੋ ਆਤਮਿਕ ਜੀਵਨ ਦੀ ਸੂਝ ਰੱਖਣ ਵਾਲਾ ਹੈ, ਜੀਵੇ ਸਦਾ ਸਦਾ, ਉਹ ਸਦਾ ਕਾਲ ਹਮੇਸ਼ਾ ਹੀ ਆਤਮਿਕ ਜੀਵਨ ਜਿਉਂਦਾ ਹੈ। ਆਤਮਿਕ ਜੀਵਨ ਜਿਉਣ ਤੋਂ ਕੀ ਭਾਵ ਹੈ ਕਿ ਉਹਦੀ ਸੁਰਤ ਹਮੇਸ਼ਾ ਹੀ ਪਰਮਾਤਮਾ ਦੀ ਯਾਦ ਵਿੱਚ ਜੁੜੀ ਰਹਿੰਦੀ ਹੈ। ਉਹ ਮਾਇਆ ਦੇ ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਨਾਲ ਖਚਤ ਨਹੀਂ ਹੁੰਦਾ, ਮਾਇਆ ਦੇ ਉਹਨੂੰ ਪ੍ਰਭਾਵ ਉਹਦੇ ਉੱਤੇ ਨਹੀਂ ਪੈਂਦਾ, ਉਹ ਮਾਇਆ ਦੇ ਨਾਲ ਅਲੇਪ ਹੀ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਹਾਵੀ ਨਹੀਂ ਹੁੰਦਾ। ਉਹ ਮਾਇਆ ਗੁਜ਼ਾਰਨ ਵਾਸਤੇ ਵਰਤਦਾ ਹੈ ਪਰ ਸੁਰਤ ਉਹਦੀ ਪਰਮਾਤਮਾ ਦੇ ਨਾਲ ਹੀ ਜੁੜੀ ਹੁੰਦੀ ਹੈ। ਸੁਰਤੀ ਹੀ ਪਤ ਹੋਏ, तो इस सुरत जुड़े होने करके ਉਹਦੀ परमात्मा की दरगाह ਦੇ ਵਿੱਚ ਵੀ ਪਤ ਹੋਏ, ਇੱਜ਼ਤ ਹੁੰਦੀ ਹੈ, ਉਹਨੂੰ ਇੱਜ਼ਤ ਮਿਲਦੀ ਹੈ परमात्मा की दरगाह ਦੇ ਵਿੱਚ ਕਿ ਬਈ ਹਾਂ ਇਹ ਬੰਦਾ ਹੈ ਜਿਹੜਾ ਆਪਣੇ ਮਨੁੱਖਾ ਜਨਮ ਦਾ ਮਕਸਦ ਹਾਸਲ ਕਰਕੇ ਆਇਆ ਹੈ, ਜੀਵਨ ਦਾ ਮਨੋਰਥ ਪੂਰਾ ਕਰਕੇ ਆਇਆ ਹੈ, अपना जीवन सफल करके आया है, वो सही अर्थां च जी के आया है। ज्ञानी जीवै सदा सदा, सुरती ही पत होए। सुरत जोड़ी रखने वाले मनुख की फिर उस परमात्मा की दरगाह दे विच इज्जत हुंदी है। पर जिहड़ा बंदा माया दे विच ही खच्चत हुंदा है, ਉਹਦਾ ਤੇ ਧਿਆਨ ਇਸ ਪਾਸੇ ਜਾਂਦਾ ਹੀ ਨਹੀਂ ਹੈ। ਉਹਦੀ ਅਵਸਥਾ ਕੀ ਰਹਿੰਦੀ ਹੈ? ਸਰਫ ਹੈ ਸਦਾ ਸਦਾ ਇਵੇਂ ਗਈ ਵਿਹਾਏ। ਉਹ ਹਮੇਸ਼ਾ ਮਨੁੱਖ ਜਿਹੜਾ ਮਾਇਆਧਾਰੀ ਮਨੁੱਖ ਹੈ, ਜਿਵੇਂ ਉੱਪਰਲੇ ਸ਼ਲੋਕ ਵਿੱਚ ਵੀ ਆਇਆ ਸੀਗਾ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ, ਕਿ ਉਹ ਕਮਾਈ ਕਰਦਾ ਹੈ ਪਰ ਹੱਥੋਂ ਖਰਚਣ ਨੂੰ ਤਿਆਰ ਨਹੀਂ ਹੁੰਦਾ, ਸਰਫਾਈ ਕਰਦਾ ਹੈ ਤੇ ਹਰ ਵੇਲੇ ਉਹਨੂੰ ਸਹਿਮ ਪਿਆ ਰਹਿੰਦਾ ਹੈ ਕਿ ਮਾਇਆ ਜਿਹੜੀ ਆਈ ਹੈ ਕਿਤੇ ਚਲੀ ਨਾ ਜਾਵੇ। तो इसे तरीके का ही वो दुनियादार बंदा हुंदा, सरफ है सदा सदा, ते ਉਹ ਕਿਰਸ ਕਰਦਾ ਰਹਿੰਦਾ ਹੈ, ਹਰ ਵੇਲੇ ਮਾਇਆ ਨੂੰ ਇਕੱਠੀ ਕਰਕੇ ਬਚਾ ਕੇ ਘੁੱਟ ਕੇ ਆਪਣੇ ਕੋਲ ਰੱਖਦਾ ਹੈ। ਸਰਫੇ ਦਾ ਭਾਵ ਹੁੰਦਾ ਹੈ ਹਮੇਸ਼ਾ ਕੰਜੂਸੀ ਕਰਨਾ, ਸੰਕੋਚ ਕੇ ਵਰਤਣਾ, ਜਿੰਨੀ ਜ਼ਰੂਰਤ ਹੈ ਉਸ ਤੋਂ ਵੀ ਘੱਟ ਵਰਤਣਾ, ਤੇ ਕਹਿੰਦੇ ਸਰਫਾ ਕਰਦਾ ਹੈ। ਸਰਫੇ ਦਾ ਭਾਵ ਹੈ ਕਿ ਆਪਣੀ ਜ਼ਰੂਰਤ ਤੋਂ ਵੀ ਘੱਟ ਇਸਤੇਮਾਲ ਕਰਨਾ। ਸਰਫ ਹੈ ਸਦਾ ਸਦਾ ਇਵੇਂ ਗਈ ਹੈ। तो ऐसे मायाधारी इंसान की जिहड़ी जिंदगी है ਉਹ ਕਿਰਸ ਕਰਦਿਆਂ ਹੋਇਆ, ਕੰਜੂਸੀ ਕਰਦਿਆਂ ਹੀ ਹਮੇਸ਼ਾ ਸਾਰੀ ਜ਼ਿੰਦਗੀ ਜਿਹੜੀ ਉਹ ਵਰਤੀ ਹੈ ਤੇ ਇਸ ਤਰੀਕੇ ਦੇ ਨਾਲ ਹੀ ਇਵੇਂ ਗਈ ਵਿਹਾਏ ਤੋਂ ਭਾਵ ਹੈ ਬੀਤ ਜਾਂਦੀ ਹੈ, ਉਹਦੀ ਉਮਰ ਸਾਰੀ ਇਸ ਤਰੀਕੇ ਦੇ ਨਾਲ ਹੀ ਬਤੀਤ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ
कि भई ਉਹਨੂੰ ਕੌਣ ਸਮਝਾਏ, ਨਾਨਕ ਕਿਸਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਕਹਿੰਦੇ ਹਨ ਕਿ ਭਈ ਉਹ ਜਿਹੜਾ ਸਰਫੇ ਕਰ ਕਰਕੇ ਇਸ ਪਿੱਛੇ ਬਚਾ ਰਿਹਾ ਹੈ ਕਿ ਜਿਹੜੀ ਮੇਰੀ ਮਾਇਆ ਹੈ ਉਹ ਜ਼ਿਆਦਾ ਸਮਾਂ ਮੇਰੇ ਕੋਲ ਰਹੇਗੀ, ਲੰਮਾ ਸਮਾਂ ਮੇਰਾ ਸਾਥ ਰਹੇਗਾ। ਉਹਨੂੰ ਕੋਈ ਸਮਝਾਏ ਕਿ ਭਈ ਉਹ ਤਾਂ ਬਿਨ ਪੁੱਛਿਆ ਹੀ ਲੈ ਜਾਏ। ਤੇ ਮੌਤ ਜਿਸ ਵੇਲੇ ਆਣੀ ਹੈ ਉਹਨੇ ਤੇਰੇ ਕੋਲ ਪੁੱਛ ਕੇ ਨਹੀਂ, ਤੈਨੂੰ ਸਲਾਹ ਕਰਕੇ ਨਹੀਂ ਆਣਾ ਕਿ ਭਈ ਹਾਂ ਹੁਣ ਤੈਨੂੰ ਲੈ ਚੱਲੀਏ। ਨਹੀਂ, ਕਿਸਨੂੰ ਆਖੀਏ, ਵੀ ਕਿਹਨੂੰ ਸਮਝਾਈਏ। ਇਹ ਗੱਲ ਕੋਈ ਸੁਣਨ ਵਾਸਤੇ ਤਿਆਰ ਹੀ ਨਹੀਂ ਹੈ, ਰਾਜ਼ੀ ਨਹੀਂ ਹੈ, ਕਿਸੇ ਦਾ ਧਿਆਨ ਨਹੀਂ ਹੈ ਇਸ ਪਾਸੇ ਕਿ ਗੁਰੂ ਦੇ ਗਿਆਨ ਨੂੰ ਸੁਣ ਕੇ ਕੁਝ ਸਮਝ ਕੇ ਆਪਣੀ ਜੀਵਨ ਦੀ ਜਾਂਚ ਬਦਲ ਲਵੇ ਕਿ ਬਿਨ ਪੁੱਛਿਆ ਹੀ ਲੈ ਜਾਏ। ਤੇ ਮੌਤ ਨੇ ਜਿਸ ਵੇਲੇ ਆਣਾ ਹੈ ਤਾਂ ਉਹਨੇ ਕਿਸੇ ਜੀਵ ਨੂੰ ਪੁੱਛਣਾ ਨਹੀਂ ਹੈ ਵੀ ਤੇਰੀ ਮਰਜ਼ੀ ਹੈ ਤੈਨੂੰ ਲੈ ਚੱਲੀਏ, ਕਿਉਂਕਿ ਮਰਜ਼ੀ ਵਾਲੀ ਗੱਲ ਤਾਂ ਆਉਂਦੀ ਨਹੀਂ ਨਾ। ਰੱਜ ਨਾ ਕੋਈ ਜੀਵ ਆ, ਪਹੁੰਚ ਨਾ ਚੱਲਿਆ ਕੋਈ। ਕੋਈ ਇਨਸਾਨ ਕਦੀ ਇਹ ਸੋਚਦਾ ਹੀ ਨਹੀਂ ਹੈ ਕਿ ਵੀ ਹਾਂ ਮੇਰਾ ਜੀਵਨ ਦਾ ਸਮਾਂ ਜਿਹੜਾ ਹੈ ਉਹ ਜਿੰਨਾ ਮੈਨੂੰ ਮਿਲਿਆ ਸੀ ਪੂਰਾ ਹੋ ਗਿਆ ਤੇ ਹੁਣ ਮੈਨੂੰ ਚੱਲ ਪੈਣਾ ਚਾਹੀਦਾ ਹੈ। ਹਰ ਬੰਦਾ ਹੋਰ ਜੀਣ ਦੀ ਆਸ ਮਨ 'ਚ ਰੱਖ ਕੇ ਰਹਿੰਦਾ ਹੈ। ਪਰ ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਬਿਨ ਪੁੱਛਿਆ ਹੀ ਲੈ ਜਾਏ। ਜੀਵ ਨੂੰ ਪੁੱਛਣ ਦਾ ਤਾਂ ਕੋਈ ਲਾਭ ਹੀ ਨਹੀਂ ਨਾ, ਕਿ ਉਹਨੇ ਤੇ ਕਦੀ ਕਹਿਣਾ ਹੀ ਨਹੀਂ ਕਿ ਮੈਂ ਚੱਲਣ ਨੂੰ ਰਾਜੀ ਹਾਂ। ਉਹ ਇਸ ਲਈ ਪਰਮਾਤਮਾ ਦੀ ਕੁਦਰਤ ਦਾ ਇਹ ਨਿਯਮ ਹੀ ਹੈ ਕਿ ਬਿਨ ਪੁੱਛਿਆ ਹੀ ਲੈ ਜਾਏ। ਜਿਸ ਵੇਲੇ ਮੌਤ ਆਣੀ ਹੈ ਉਹ ਆ ਹੀ ਜਾਣੀ ਹੈ, ਜੀਵ ਤੋਂ ਪੁੱਛੇ ਬਗੈਰ ਉਹਨੂੰ ਬਿਨਾਂ ਨੋਟਿਸ ਦਿੱਤਿਆਂ ਹੀ ਉਹਨੂੰ ਮੌਤ ਦੇ ਫਰਿਸ਼ਤੇ ਨੇ ਲੈ ਕੇ ਚਲਾ ਜਾਣਾ ਹੈ। तो ਇਹਦੇ ਤੋਂ ਭਾਵ ਕੀ ਹੈ ਕਿ ਜੋ ਸਰਫਾ ਕਰ ਕਰਕੇ ਬੰਦਾ ਇਸ ਪਿੱਛੇ ਮਾਇਆ ਜੋੜਦਾ ਰਹਿੰਦਾ ਹੈ, ਸਾਰੀ ਜ਼ਿੰਦਗੀ ਬਿਤਾ ਦਿੰਦਾ ਹੈ ਕਿ ਭਈ ਇਹ ਮਾਇਆ ਬਹੁਤਾ ਸਮਾਂ ਮੇਰੇ ਨਾਲ ਰਹੇਗੀ, ਤਾਂ ਉਹਦਾ ਕੋਈ ਲਾਭ ਨਹੀਂ ਹੈ। ਸਮਾਂ ਮਾਇਆ ਜੋੜਨ ਨਾਲ ਸਮਾਂ ਖਰੀਦਿਆ ਨਹੀਂ ਜਾ ਸਕਦਾ, ਜ਼ਿੰਦਗੀ ਵਧਾਈ ਨਹੀਂ ਜਾ ਸਕਦੀ। ਮੌਤ ਜਦੋਂ ਆਣੀ ਹੈ ਉਹਨੇ ਬਿਨਾਂ ਪੁੱਛਿਆ ਹੀ ਬੰਦੇ ਨੂੰ ਉਹਦੇ ਇਸ ਸਰੀਰ ਚੋਂ ਉਹਦੀ ਜੋਤ ਨੂੰ ਕੱਢ ਲੈਣਾ ਹੈ ਤੇ ਉਹਦੀ ਜ਼ਿੰਦਗੀ ਸਮਾਪਤ ਹੋ ਜਾਣੀ ਹੈ। ਅਗਲਾ ਸ਼ਲੋਕ ਨੰਬਰ ਜੋ 32 ਹੈ, ਦੋਸ਼ ਨਾ ਦਿਓ ਰਾਏ ਨੂੰ, ਮਤ ਚੱਲੇ ਜਾਂ ਬੁੱਢਾ ਹੋਵੇ, ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਨਾ ਖਾਤੀ ਟੋਵੇ। ਦੋਸ਼ ਨਾ ਦਿਓ ਰਾਏ ਨੂੰ, ਰਾਏ ਦਾ ਭਾਵ ਹੈ ਅਮੀਰ ਬੰਦਾ, ਜਿਵੇਂ ਰਾਏ ਟਾਈਟਲ ਹੁੰਦਾ ਹੈ ਰਾਏ ਸਾਹਿਬ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਵੇਲੇ ਵੀ ਉਹਨਾਂ ਦੇ ਪਿੰਡ ਜਿਹੜਾ ਸੀ ਰਾਏ ਬੁਲਾਰ, ਜਿਹੜਾ ਚੌਧਰੀ ਸੀ ਉਸ ਪਿੰਡ ਦਾ, ਉਹਨੂੰ ਰਾਏ ਬੁਲਾਰ ਕਹਿੰਦੇ ਸੀ। ਨਾਮ ਤੋਂ ਉਹਦਾ ਬੁਲਾਰ ਸੀ ਪਰ ਉਹਨੂੰ ਬੁਲਾਇਆ ਜਾਂਦਾ ਸੀ ਰਾਏ ਬੁਲਾਰ, ਤੇ ਉਹ ਉੱਥੋਂ ਦਾ ਇੱਕ ਤਰੀਕੇ ਦਾ ਛੋਟੇ ਮੋਟੇ ਉਸ ਇਲਾਕੇ ਦਾ ਰਾਜਾ ਸੀ। तो राय का लफज अमीर मनुख, धनी मनुख है। तो गुरु साहब कह रहे हैं कि दोष न दियो राय नो, मत चले ਜਾਂ ਬੁੱਢਾ ਹੋਵੇ। ਤੇ ਬਈ ਇਹ ਵੀ ਨਾ ਇੱਕ ਤਨਜ਼ ਹੈ, ਵੈਸੇ ਇੱਕ ਤਰੀਕੇ ਦੀ ਟਕੋਰ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਮਾਇਆਧਾਰੀ ਬੰਦੇ, ਅਮੀਰ ਬੰਦੇ ਨੂੰ ਤੇ ਦੋਸ਼ ਨਾ ਹੀ ਦਿਓ, ਕਿਉਂਕਿ ਜਦੋਂ ਐਸਾ ਬੰਦਾ ਬੁੱਢਾ ਹੋ ਜਾਂਦਾ ਹੈ, ਜਦੋਂ ਉਹਦੀ ਉਮਰ ਸਾਰੀ ਉਮਰ ਮਾਇਆ ਦੇ ਪਿਆਰ ਦੇ ਵਿੱਚ ਹੀ ਲੰਘ ਜਾਂਦੀ ਹੈ, ਤਾਂ ਉਹਦੀ ਮਤ ਚੱਲੇ। ਮਤ ਚੱਲੇ ਦਾ ਕੀ ਭਾਵ ਹੁੰਦਾ ਹੈ? ਬਈ ਅਕਲ ਸਾਥ ਛੱਡ ਜਾਂਦੀ ਹੈ, ਇਹਦੀ ਮਤ ਚਲੀ ਗਈ ਹੈ। ਉਹ ਇੱਕ ਤਰੀਕੇ ਦੀ ਤਨਜ਼ ਹੈ, ਟਕੋਰ ਹੈ। ਜਿਵੇਂ ਆਮ ਅਸੀਂ ਦੁਨੀਆ 'ਚ ਦੇਖਦੇ ਹਾਂ ਨਾ, ਕੋਈ ਬੰਦਾ ਬਹੁਤ ਹੀ ਮੂਰਖਾਂ ਵਾਲੇ ਕੰਮ ਕਰਦਾ ਹੈ, ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਬਈ ਇਹਨੂੰ ਕੀ ਦੋਸ਼ ਦੇਣਾ, ਇਹ ਤੇ ਬਹੁਤ ਹੀ ਸਿਆਣਾ ਬੰਦਾ ਹੈ, ਇਹਨੂੰ ਕੁਝ ਨਾ ਆਖੋ, ਇਹਨੂੰ ਕੁਝ ਕਹਿਣ ਦਾ ਫਾਇਦਾ ਨਹੀਂ ਹੈ, ਸਿਆਣਾ ਹੈ, ਇਹ ਸਮਝਦਾਰ ਹੈ। ਜਾਂ ਕਈਆਂ ਨੂੰ ਕਿਹਾ ਜਾਂਦਾ ਜਿਹੜੇ ਬੰਦੇ ਗੱਲ ਸੁਣਦੇ ਹੀ ਨਹੀਂ ਨੇ, तो कहते भी ये तो पास हो गए ने, इन्होंने ਹੁਣ ਕੀ ਪੜਾਣਾ, ਇਹ ਤਾਂ ਪਾਸ ਹੋ ਚੁੱਕੇ ਨੇ। ਭਾਵ ਇਹ ਹੈ ਵੀ ਇਹਨਾਂ ਨੂੰ ਲਾਪਰਵਾਹ ਹੋ ਗਏ ਨੇ, ਇਹਨਾਂ ਨੇ ਕੋਈ ਗੱਲ ਸੁਣਨੀ ਨਹੀਂ। ਤਾਂ ਉਸੇ ਸੈਂਸ ਦੇ ਵਿੱਚ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਦੋਸ਼ ਨਾ ਦਿਓ ਰਾਏ ਨੂੰ। ਜਿਹੜਾ ਮਾਇਆਧਾਰੀ ਬੰਦਾ ਹੈ, ਧਨਵਾਨ ਬੰਦਾ ਹੈ, ਉਹਨੂੰ ਦੋਸ਼ ਨਾ ਦਿਓ। ਕਿਉਂ? ਉਹਦਾ ਸਾਰਾ ਧਿਆਨ ਹੀ ਮਾਇਆ ਵਾਲੇ ਪਾਸੇ ਹੈ, ਉਹਦੀ ਜ਼ਿੰਦਗੀ ਇਵੇਂ ਹੀ ਬੀਤ ਰਹੀ ਹੈ, ਤੇ ਜਿਉਂ-ਜਿਉਂ ਉਹਦੀ ਉਮਰ ਵੱਧਦੀ ਜਾਂਦੀ ਹੈ, ਉਹਦਾ ਮਾਇਆ ਦੇ ਨਾਲ ਪਿਆਰ ਹੋਰ ਵੱਧਦਾ ਜਾਂਦਾ ਹੈ। ਤੇ ਜਾਂ ਬੁੱਢਾ ਹੋਵੇ ਤਾਂ ਕੀ ਹੁੰਦਾ ਹੈ, ਮਤ ਚੱਲੇ, ਉਹਦੀ ਮਤ ਵੀ ਸਾਥ ਛੱਡ ਜਾਂਦੀ ਹੈ, ਉਹਨੂੰ ਹੋਰ ਕੁਝ ਸੁਝਦਾ ਹੀ ਨਹੀਂ ਹੈ। ਉਹ ਪਰਮਾਤਮਾ ਦੇ ਪਾਸੇ ਵਾਲੇ ਨਾਮ ਜਪਣ ਵਾਲੇ ਪਾਸੇ ਦਾ ਉਹਦਾ ਧਿਆਨ ਜਾਂਦਾ ਹੀ ਨਹੀਂ ਹੈ। ਮਤ ਚੱਲੇ ਜਾਂ ਬੁੱਢਾ ਹੋਵੇ, ਤਾਂ ਫਿਰ ਪਰਮਾਰਥ ਵਾਲੇ ਕਿਸੇ ਕੰਮ ਵਾਲੇ ਪਾਸੇ ਧਿਆਨ ਦੇਣ ਵੱਲੋਂ ਤਾਂ ਉਹਦੀ ਅਕਲ ਜਵਾਬ ਹੀ ਦੇ ਜਾਂਦੀ ਹੈ, ਉਹਨੂੰ ਸਵਾਏ ਮਾਇਆ ਦੇ ਹੋਰ ਕੁਝ ਸੁਝਦਾ ਹੀ ਨਹੀਂ। ਤੋ ਹੁੰਦਾ ਕੀ ਉਹਦੇ ਜੀਵਨ ਦੇ ਅੰਦਰ, ਗੱਲਾਂ ਕਰੇ ਕਨੇਰੀਆਂ। ਕਨੇਰੀਆਂ ਤੋਂ ਭਾਵ ਦੀ ਹੈ ਬਹੁਤੀਆਂ, ਬਹੁਤਾਤ। ਉਹ ਗੱਲਾਂ ਕਰਦਾ ਹੈ, ਗੱਲਾਂ ਬਹੁਤ ਕਰਦਾ ਹੈ। ਕਿਉਂ? ਇੱਕ ਤਾਂ ਉਹਦੇ ਕੋਲ ਹੁਣ ਧਨ ਬਹੁਤ ਹੈ ਤੇ ਉਮਰ ਵੀ ਵੱਡੀ ਹੋ ਗਈ ਹੈ, ਤਾਂ ਬੰਦਾ ਦੋਨੋਂ ਕਾਰਨਾਂ ਕਰਕੇ ਆਪਣੇ ਆਪ ਨੂੰ ਸਿਆਣਾ ਬਹੁਤ ਸਮਝਦਾ ਹੈ।
ਅਕਲ ਹੋਵੇ ਚਾਹੇ ਨਾ ਹੋਵੇ, ਮੱਤ ਕੰਮ ਕਰੇ ਭਾਵੇਂ ਨਾ ਕਰੇ, ਪਰ ਬੰਦਾ ਆਪਣੇ ਆਪ ਨੂੰ ਸਮਝਦਾ ਉਸਤਾਦ ਹੈ। ਉਹ ਇਸ ਕਰਕੇ ਬੋਲਦਾ ਬਹੁਤ ਹੈ, ਦੂਜਿਆਂ ਨੂੰ ਮੱਤਾਂ ਦਿੰਦਾ ਰਹਿੰਦਾ ਹੈ। ਇਸ ਤਰ੍ਹਾਂ ਨਹੀਂ ਕਰੀਦਾ, ਪੈਸਾ ਇੰਝ ਕਮਾਈਦਾ ਹੈ, ਜ਼ਿੰਦਗੀ ਇੰਝ ਜੀਵੀ ਦੀ ਹੈ, ਇੰਝ ਸਵਾਦ ਲਈਦਾ ਹੈ, ਇਹ ਕੰਮ ਕਰੀਦੇ ਨੇ, ਦੂਜਿਆਂ ਨੂੰ ਮੱਤਾਂ ਦਿੰਦਾ ਹੈ। ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਨਾ ਖਾਤੀ ਟੋਵੈ। ਤੋ ਇੱਥੇ ਵੀ ਇੱਕ ਹੁਣੇ ਟਕੋਰ ਵਾਲੀ ਗੱਲ ਹੀ ਹੈ ਕਿ ਵੀ ਜਿਹੜਾ ਬੰਦਾ ਗੱਲਾਂ ਬਹੁਤ ਕਰ ਰਿਹਾ ਹੈ, ਦੂਜਿਆਂ ਨੂੰ ਸੁਣਾ ਰਿਹਾ ਹੈ, ਦੂਜਿਆਂ ਨੂੰ ਮੱਤਾਂ ਦੇ ਰਿਹਾ ਹੈ, ਆਪ ਉਹ ਅਸਲੋਂ ਅਕਲ ਤੋਂ ਅੰਨਾ ਹੈ। ਤੇ ਅੰਨਾ ਮਨੁੱਖ ਕੀ ਹੋਏਗਾ? ਜਦੋਂ ਵੀ ਤੁਰੇਗਾ, ਪਵਨਾ ਖਾਤੀ ਟੋਵੈ, ਉਹਨੇ ਦੇ ਟੋਇਆਂ ਵਿੱਚ ਤੇ ਟਿੱਬਿਆਂ ਖਾਤਿਆਂ ਦੇ ਵਿੱਚ ਹੀ ਡਿੱਗਣਾ ਹੈ। ਖਾਤਾ ਵੀ ਕਹਿੰਦੇ ਨੇ ਖੱਡਾ, ਜਾਂ ਖੱਡਿਆਂ ਵਿੱਚ ਜਾਂ ਟੋਇਆਂ ਦੇ ਵਿੱਚ ਉਹਨੇ ਡਿੱਗਣਾ ਹੀ ਹੈ, ਉਹਨੂੰ ਨਜ਼ਰ ਤਾਂ ਕੁਛ ਆਉਂਦਾ ਨਹੀਂ ਹੈ। ਤਾਂ ਭਾਵ ਕੀ ਹੈ ਕਿ ਜਿਹੜਾ ਮਾਇਆਧਾਰੀ ਮਨੁੱਖ ਮਾਇਆ ਦੀ ਪਿਆਰ ਦੀ ਖਿੱਚ ਦੇ ਵਿੱਚ, ਮਾਇਆ ਦੀ ਪਕੜ ਦੇ ਵਿੱਚ ਹੀ ਅੰਨਾ ਹੋਇਆ ਹੈ, ਤੇ ਪਰਮਾਰਥ ਦੇ ਵੱਲੋਂ, ਆਤਮਿਕ ਗਿਆਨ ਦੇ ਵੱਲੋਂ ਬਿਲਕੁਲ ਅੰਨਾ ਹੈ। ਉਹਨੂੰ ਧਿਆਨ ਹੀ ਨਹੀਂ ਹੈ ਹੋਰ ਕਿਸੇ ਪਾਸੇ, ਉਹਦਾ ਸਾਰਾ ਧਿਆਨ ਮਾਇਆ ਵੱਲ ਹੀ ਹੈ। ਤਾਂ ਉਹਨੇ ਆਪਣੇ ਜੀਵਨ ਦੀ ਮੰਜ਼ਿਲ ਕਿੱਥੋਂ ਹਾਸਲ ਕਰਨੀ ਹੈ? ਕਿਉਂਕਿ ਉਸ ਰਾਹ ਦੇ ਵਿੱਚ ਤੁਰਿਆ ਜਿੱਥੇ ਸਿਵਾਏ ਮਾਇਆ ਖੱਡੇ ਤੇ ਟੋਏ ਹਨ, ਹੋਰ ਕੁਝ ਹੈ ਹੀ ਨਹੀਂ ਹੈ। ਉਹ ਉੱਥੇ ਹੀ ਰਹਿ ਜਾਂਦਾ ਹੈ। ਦੂਜਿਆਂ ਨੂੰ ਭਾਵੇਂ ਗੱਲਾਂ ਕਰ ਕਰਕੇ ਮੱਤਾਂ ਦਿੰਦਾ ਹੈ, ਪਰ ਉਹ ਅਸਲ ਵਿੱਚ ਆਪ ਮਾਇਕ ਪਦਾਰਥਾਂ ਦੇ ਮੋਹ ਦੇ ਵਿੱਚ ਹੀ, ਉਹਨਾਂ ਟੋਇਆਂ ਤੇ ਖੱਡਿਆਂ ਦੇ ਵਿੱਚ ਹੀ ਫਸਿਆ ਹੋਇਆ ਹੈ, ਠੇਡੇ ਖਾ ਖਾ ਕੇ, ਤੇ ਫਿਰ ਦੁੱਖਾਂ 'ਚ ਦੁਖੀ ਹੁੰਦਾ ਹੈ। ਇਨਸਾਨ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਮੈਂ ਜਿੰਨੀ ਜ਼ਿਆਦਾ ਮਾਇਆ ਇਕੱਠੀ ਕਰਾਂਗਾ, ਮੇਰਾ ਜੀਵਨ ਸੁਖੀ ਹੋਏਗਾ। ਪਰ ਇਹ ਸੱਚਾਈ ਹੈ ਨਹੀਂ ਹੈ। ਦੁਨੀਆ ਦੇ ਵਿੱਚ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਅਸੀਂ ਦੇਖ ਸਕਦੇ ਹਾਂ, ਬਹੁਤ ਮਿਸਾਲਾਂ ਦੇਖ ਸਕਦੇ ਹਾਂ। ਜਿੰਨਾ ਜ਼ਿਆਦਾ ਬੰਦਾ ਧਨ ਪਦਾਰਥ ਇਕੱਠੇ ਕਰ ਕਰਕੇ, ਆਹਰ ਕਰਕੇ ਇਕੱਠੀਆਂ ਕਰਦਾ ਹੈ, ਉਨਾ ਹੀ ਜ਼ਿਆਦਾ ਪਰੇਸ਼ਾਨੀਆਂ, ਤਕਲੀਫਾਂ ਉਹਦੇ ਜੀਵਨ ਵਿੱਚ ਆਉਂਦੀਆਂ ਜਾਂਦੀਆਂ ਨੇ, ਤੇ ਉਹ ਹਰ ਵੇਲੇ ਕਿਸੇ ਨਾ ਕਿਸੇ ਗੱਲ ਤੋਂ ਸੜਦਾ ਕੁੜਦਾ ਹੀ ਰਹਿੰਦਾ ਹੈ, ਭਾਵ ਖਾਤੇ ਤੇ ਟੋਇਆਂ ਦੇ ਵਿੱਚ ਹੀ ਡਿੱਗਿਆ ਰਹਿੰਦਾ ਹੈ। ਤੋ ਇਹ ਮਾਇਆ, ਗੁਰੂ ਸਾਹਿਬ ਕਹਿ ਰਹੇ ਹਨ ਕਿ ਐਸੇ ਬੰਦੇ ਨੂੰ ਕਾਹਦਾ ਦੋਸ਼ ਦਈਏ? ਉਹ ਪਰਮਾਤਮਾ ਨੇ ਉਹਨੂੰ ਐਸੇ ਅਵਸਥਾ ਦੇ ਵਿੱਚ ਰੱਖਿਆ ਹੋਇਆ ਹੈ, ਤੇ ਉਹਦੀ ਤੇ ਮੱਤ ਹੀ ਨਹੀਂ ਕੰਮ ਕਰ ਰਹੀ, ਉਹਦੀ ਜ਼ਿੰਦਗੀ ਇਸ ਤਰੀਕੇ ਬਤੀਤ ਹੋ ਰਹੀ ਹੈ। ਦੋਸ਼ ਨਾ ਦਿਓ ਰਾਏ ਨੂੰ, ਮਤ ਚੱਲੈ, ਮਤ ਚੱਲ ਗਈ ਹੈ, ਜਵਾਬ ਦੇ ਗਈ ਹੈ, ਖਤਮ ਹੋ ਗਈ ਹੈ, ਜਾਂ ਬੁੱਢਾ ਹੋਵੇ ਤੇ ਹੁਣ ਉਹ ਸਿਰਫ ਗੱਲਾਂ ਕਰੇ ਕਨੇਰੀਆਂ, ਤਾਂ ਅੰਨੇ ਪਵਨਾ ਖਾਤੀ ਟੋਵੈ। ਪਵਨਾ ਮੈਨੇ ਪੈਂਦਾ ਹੈ, ਖਾਤਿਆਂ ਵਿੱਚ ਤੇ ਟੋਇਆਂ ਦੇ ਵਿੱਚ, ਖੱਡਿਆਂ ਦੇ ਵਿੱਚ ਤੇ ਟੋਇਆਂ ਦੇ ਵਿੱਚ, ਉਹ ਖੱਡੇ ਮਾਇਆ ਦੇ ਖਾ ਖਾ ਕੇ ਉਹਨਾਂ 'ਚ ਡਿੱਗਦਾ ਰਹਿੰਦਾ ਹੈ ਤੇ ਦੁਖੀ ਹੁੰਦਾ ਰਹਿੰਦਾ ਹੈ। तो ये ऐसे इंसान की ये अवस्था है। अगला जो श्लोक है 33 नंबर, वो इस लड़ी के अंदर गुरु नानक पातशाह का आखिरी श्लोक है। पूरे का किया सब किछ पूरा, घट वध किछ नाही, नानक गुरमुख ऐसा जाने, पूरे माहे समाई। तो मायाधारी बंदे की कई सारे श्लोकों की व्याख्या करके ਹੁਣ ਗੁਰੂ ਸਾਹਿਬ ਗੱਲ ਕਰਦੇ ਹਨ ਉਸ ਇਨਸਾਨ ਦੀ ਆਖਰੀ ਸ਼ਲੋਕ ਦੇ ਅੰਦਰ, ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਹੈ, ਜਿਹੜਾ ਗੁਰੂ ਦੇ ਗਿਆਨ ਹਾਸਲ ਕਰਕੇ ਆਪਣੇ ਜੀਵਨ ਦੀ ਤੋਰ ਨੂੰ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਚਲਾਉਂਦਾ ਹੈ। तो पूरे का किया सब कुछ पूरा, ਇੱਥੇ ਪੂਰਾ ਪਰਮਾਤਮਾ ਵਾਸਤੇ ਆਇਆ ਹੈ ਕਿ ਪਰਮਾਤਮਾ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੀ ਹੁੰਦਾ ਹੈ, ਕੁਝ ਵੀ ਘੱਟ ਵੱਧ ਨਹੀਂ ਹੈ। ਦੁਨੀਆ ਦੇ ਵਿੱਚ ਭਾਂਤ-ਭਾਂਤ ਦੇ ਲੋਕ ਹਨ, ਕੋਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣਾ ਜੀਵਨ ਸਵਾਰਨ ਵਾਲੇ ਹਨ, ਕਈ ਗੁਰੂ ਤੋਂ ਬੇਮੁਖ ਹੋ ਕੇ ਸਿਰਫ ਮਾਇਆ ਵਿੱਚ ਹੀ ਖਚਤ ਰਹਿ ਕੇ ਜੀਵਨ ਬਰਬਾਦ ਕਰਨ ਵਾਲੇ ਹਨ। ਇਹ ਉਹਦੀ ਮਾਲਕ ਦੀ ਆਪਣੀ ਖੇਡ ਹੈ। ਉਸ ਦੀ ਰਜ਼ਾ ਦੇ ਵਿੱਚ ਜੋ ਉਸ ਨੂੰ ਚੰਗਾ ਲੱਗਿਆ ਹੈ, ਉਸਨੇ ਉਸ ਤਰੀਕੇ ਦੇ ਹੀ ਰਚਨਾ ਰਚੀ ਹੈ। ਉਹ ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਹੋਣ ਵਾਲਾ ਬੰਦਾ ਹੈ, ਉਸ ਨੂੰ ਹਮੇਸ਼ਾ ਇਹ ਨਿਸ਼ਚਾ ਰਹਿੰਦਾ ਹੈ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਹੀਂ। ਉਹ ਨੁਕਸ ਨਹੀਂ ਕੱਢਦਾ, ਉਹ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ ਜੀ ਕਿ ਵੀ ਇਹ ਬੰਦੇ ਦੁਨੀਆ ਵਿੱਚ ਦੇਖੋ ਜੀ, ਇਹ ਝੂਠ ਬੋਲਣ ਵਾਲੇ ਨੇ, ਇਹ ਚੋਰੀ ਕਰਨ ਵਾਲੇ ਨੇ, ਇਹ ਠੱਗੀ ਮਾਰਨ ਵਾਲੇ ਨੇ, ਇਹ ਹੋਰ ਭੈੜੇ ਕੰਮ ਕਰਨ ਵਾਲੇ ਬੰਦੇ ਨੇ, ਇਹ ਰੱਬ ਨੇ ਇਹੋ ਜਿਹੇ ਬੰਦੇ ਕਿਉਂ ਪੈਦਾ ਕੀਤੇ। ਉਹ ਕਦੀ ਰੱਬ ਨੂੰ ਦੋਸ਼ ਨਹੀਂ ਦਿੰਦਾ, ਕੋਈ ਨੁਕਸ ਨਹੀਂ ਕੱਢਦਾ। ਉਹਨੂੰ ਪੂਰਨ ਭਰੋਸਾ ਹੁੰਦਾ ਹੈ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਹੀਂ। ਇਹ ਪਰਮਾਤਮਾ ਦੀ ਮਰਿਆਦਾ ਦੇ ਵਿੱਚ ਹੀ ਸਾਰਾ ਜਗਤ ਦੀ ਕਾਰ ਚੱਲ ਰਹੀ ਹੈ। ਉਹਦੇ ਆਪਣੇ ਹੀ ਹੁਕਮ ਦੇ ਅਨੁਸਾਰ, ਕੋਈ ਉਹਦੇ ਨੇੜੇ ਹਨ, ਕਈ ਉਸ ਤੋਂ ਦੂਰ ਹਨ, ਇਹ ਉਹਦੀ ਰਜ਼ਾ ਹੈ। ਗੁਰਮੁਖ ਐਸਾ ਜਾਣੇ ਨਾਨਕ, ਗੁਰਮੁਖ ਐਸਾ ਜਾਣੇ, ਪੂਰੇ ਮਾਹੇ ਸਮਾਹੀ। ਤੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਮੇਸ਼ਾ ਇਹੀ ਸਮਝਦਾ ਹੈ ਕਿ ਸਾਡਾ ਕੰਮ ਹੈ ਪੂਰੇ ਦੀ ਯਾਦ ਦੇ ਵਿੱਚ ਲੀਨ ਰਹਿਣਾ, ਪੂਰੇ ਮਾਹੇ ਸਮਾਹੀ। ਇਨਸਾਨ ਦਾ ਫਰਜ਼ ਹੈ, ਉਹਦੇ ਜੀਵਨ ਦਾ ਮਕਸਦ ਹੈ ਉਸ ਪੂਰੇ
परमात्मा दी याद दे विच लीन रहना पूरे माहे समाई। ये मनुखा जीवन का मकसद है, ना कि ये घाटवाद की गल करनी, यह चंगा है, यह माड़ा है, यह गलत है, यह ठीक है, वो फलाने ने चंगा किया, फलाने ने माड़ा किया, दूजियां दे नुक्स देखने, ये मनुख का काम नहीं है। पूरे माहे समाई उस परमात्मा दे गुना दे मालक परमात्मा दी याद दे विच ही लीन रहना, ये इंसानी जीवन का मकसद है। ते ऐसा गुरु की शरण च रहन वाला बंदा हमेशा ही इस चीज़ के उत्ते अपना पूर्ण भरोसा रखता है और उहदा ये दृढ़ निश्चय होंदा है कि पूरे का किया सब कुछ पूरा, घट वध किछ नहीं। वो परमात्मा ते पूर्ण भरोसा रख के ਉਹਦੀ रजा ਦੇ ਵਿੱਚ ਰਾਜ਼ੀ ਰਹਿੰਦਾ ਹੈ ਤੇ ਉਹਦੀ ਯਾਦ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਸੋ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਅਸੀਂ ਸਮਾਪਤ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।